ਸੁਜਾਨ ਸਿੰਘ ਦੀ ਪੁਸਤਕ ਦੁੱਖ ਸੁੱਖ ਦੀ ਪਹਿਲੀ ਕਹਾਣੀ ਹੈ ਘੜੀ ਦੀ ਦੁਨੀਆ। ਅੱਜ ਮੇਰਾ ਜੀਵਨ ਸੁਪਨਾ ਸਾਕਾਰ ਹੋ ਰਿਹਾ ਸੀ। ਮੈਂ ਅੱਜ ਫਿਲਮੀ ਦੁਨੀਆ ਦਾ ਮੰਨਿਆ ਪਰਮੰਨਿਆ ਡਾਇਰੈਕਟਰ ਸਾਂ। ਲੋਕੀ ਮੇਰੀ ਕਦਰ ਇਸ ਲਈ ਵੀ ਕਰਦੇ ਸਨ ਕਿ ਮੈਂ ਇੱਕ ਕਹਾਣੀ ਲੇਖਕ, ਗੀਤ ਵਾਰਤਾਲਾਪ ਲੇਖਕ ਤੇ ਐਕਟਰ ਵੀ ਸਾਂ। ਮੇਰੀ ਪਹਿਲੀ ਪੰਜਾਬੀ ਫਿਲਮ ਬਹਾਦਰ ਨੇ ਧੁੰਮਾਂ ਪਾ ਦਿੱਤੀਆਂ ਸਨ ਤੇ ਕਲਕੱਤੇ 'ਚ ਬੰਗਾਲੀਆਂ ਨੇ ਬੋਲੀ ਨੂੰ ਨਾ ਸਮਝਣ ਦੇ ਬਾਵਜੂਦ ਵੀ ਇਹਨੂੰ ਹੱਦੋਂ ਪਰੇ ਸਲਾਹਿਆ ਸੀ। ਇਸੇ ਲਈ ਸਾਨੂੰ ਝਟਪਟ ਹੀ ਇਹਦਾ ਹਿੰਦੁਸਤਾਨੀ ਰੂਪ ਵੀ ਬਣਾਉਣਾ ਪਿਆ। ਇਸ ਫਿਲਮ ਨੂੰ ਬੰਗਾਲ, ਯੂਪੀ, ਮੱਧ ਪ੍ਰਾਂਤ, ਮਹਾਰਾਸ਼ਟਰ, ਬੰਬਈ, ਮਦਰਾਸ, ਗੁਜਰਾਤ ਤੇ ਸਿੰਧ ਨੇ ਇੱਕ ਜ਼ੁਬਾਨ ਹੋ ਕੇ ਸਲਾਹਿਆ ਸੀ। ਇਸ ਵੇਲੇ ਇਹਦੀ ਅੰਗਰੇਜ਼ੀ ਕਾਪੀ ਨਿਊਯਾਰਕ ਵਿੱਚ ਚੱਲ ਰਹੀ ਸੀ ਤੇ ਹਿੰਦੁਸਤਾਨ ਨੂੰ ਆਜ਼ਾਦੀ ਮਿਲ ਜਾਣ ਦੇ ਕਾਰਨ ਅਮਰੀਕਾ ਦੀ ਸ਼ਾਨਦਾਰ ਫਿਲਮ ਆਉਣ ਵਾਲੇ ਸਮੇਂ ਨਾਲ ਮੁਕਾਬਲਾ ਕਰ ਰਹੀ ਸੀ। ਮੇਰੀ ਝੋਲੀ ਅਮਰੀਕਾ ਦੇ ਧਨ ਨਾਲ ਭਰ ਰਹੀ ਸੀ। ਇਸੇ ਫਿਲਮ ਦਾ ਹਿੰਦੁਸਤਾਨੀ ਰੂਪ ਮੇਰੇ ਸ਼ਹਿਰ ਦੇ ਸਭ ਤੋਂ ਵੱਡੇ ਸਿਨੇਮਾ ਹਾਲ 'ਚ ਚੱਲ ਰਿਹਾ ਸੀ। ਮੈਂ ਉੱਠਿਆ, ਚਾਦਰ ਦੀ ਬੁੱਕਲ ਮਾਰੀ ਤੇ ਪੈਰੀਂ ਸਲੀਪਰ ਅੜਾ ਕੇ ਆਪਣੀ ਕੋਠੀ ਤੋਂ ਨਿਕਲ ਤੁਰਿਆ। ਹੌਲੀ ਹੌਲੀ ਮੈਂ ਸਿਨੇਮਾ ਦਾ ਰੁਖ ਕੀਤਾ। ਭਾਵੇਂ ਟਿਕਟ ਬਾਬੂ ਨੇ ਦੱਸ ਦਿੱਤਾ ਕਿ ਫਿਲਮ ਦਾ ਦੂਸਰਾ ਅੱਧ ਵੀ ਅੱਧਾ ਚੱਲ ਚੁੱਕਾ ਹੈ, ਮੈਂ ਟਿਕਟ ਲੈ ਹੀ ਲਈ। ਗੇਟ ਕੀਪਰ ਨੇ ਮੇਰਾ ਅੱਧਾ ਟਿਕਟ ਪਾੜ ਲਿਆ, ਪਰ ਬੂਹਾ ਲੰਘਣ ਤੋਂ ਪਹਿਲਾਂ ਮੈਨੂੰ ਸਿਨੇਮਾ ਦੇ ਮੈਨੇਜਰ ਨੇ ਪਛਾਣ ਲਿਆ ਤੇ ਮੇਰੀ ਟਿਕਟ ਦੇਖ ਕੇ ਕਹਿਣ ਲੱਗਾ, ਤੁਸੀਂ ਤੇ ਟਿਕਟ? ਮੈਂ ਆਖਿਆ, ਜੇ ਮੈਂ ਆਪ ਟਿਕਟ ਲੈ ਕੇ ਆਪਣਾ ਤਮਾਸ਼ਾ ਨਾ ਦੇਖਾਂਗਾ ਤਾਂ ਹੋਰ ਕੌਣ ਦੇਖੇਗਾ। ਮੈਨੇਜਰ ਨੂੰ ਮੁਸਕਰਾਉਂਦਾ ਛੱਡ ਕੇ ਮੈਂ ਹਾਲ ਦੇ ਅੰਦਰ ਦਾਖਲ ਹੋਇਆ। ਚੱਲ ਰਹੀ ਫਿਲਮ ਦੀ ਮੱਧਮ ਲੋਚ ਮੈਂ ਦੇਖਿਆ ਕਿ ਮੇਰੇ ਦਰਜੇ 'ਚ 20 ਆਦਮੀ ਤੁੰਨੇ ਪਏ ਹਨ। ਸਾਰਿਆਂ ਤੋਂ ਅਗਲੀ ਪਾਲ ਵਿੱਚ ਇੱਕ ਸੋਫੇ ਤੇ ਮੈਨੂੰ ਅੜਨ ਜੋਗੀ ਥਾਂ ਮਿਲ ਗਈ। ਸਾਹਮਣੇ ਪਰਦੇ ਤੇ ਕਹਾਣੀ ਉੱਥੇ ਅੱਪੜ ਚੁੱਕੀ ਸੀ ਜਿੱਥੇ ਵਿਜੇਪਾਲ ਸਿੰਘ ਜੰਗ ਲਈ ਤਿਆਰ ਹੋ ਰਿਹਾ ਸੀ ਤੇ ਉਹਦੀ ਸੱਜ ਵਿਆਹੀ ਪਤਨੀ ਚਰਨ ਕਮਲ ਹੱਸ ਕੇ ਉਹਦੇ ਸ਼ਾਸਤਰ ਸਜਾ ਰਹੀ ਸੀ, ਭਾਵੇਂ ਅੱਖਾਂ 'ਚ ਹੰਝੂਆਂ ਦੇ ਇਕੱਠੇ ਹੋਣ ਦੀ ਡਲਕ ਸੀ। ਕੀ ਇਹ ਟ੍ਰੈਜਡੀ ਦਾ ਮੁੱਢ ਵੱਜ ਰਿਹਾ ਹੈ? ਅਗਲੇ ਦਰਜੇ ਦੀ ਕੁਰਸੀ ਤੇ ਬੈਠੀ ਇੱਕ ਸਿਰ ਨੰਗੀ ਕੁੜੀ ਬੋਲਦੀ ਜਾਪੀ। ਕਿਸੇ ਉੱਤਰ ਨਾ ਦਿੱਤਾ। ਫਿਰ ਉਹ ਆਵਾਜ਼ ਆਈ, ਮੈਂ ਦੁਖਾਂਤ ਨਹੀਂ ਸਹਾਰ ਸਕਦੀ, ਜੇ ਟ੍ਰੈਜਡੀ ਹੈ ਤਾਂ ਮੈਂ ਚਲੀ ਜਾਵਾਂ। ਇਹ ਆਵਾਜ਼ ਮੈਨੂੰ ਪਛਾਣੀ ਹੋਈ ਜਾਪੀ। ਫਿਲਮ 'ਚ ਹੁਣ ਚਰਨ ਕਮਲ ਇੱਕ ਜੋਸ਼ ਭਰਿਆ ਗੀਤ ਗਾ ਰਹੀ ਸੀ। ਵਿਜੇਪਾਲ ਘੋੜੇ ਤੇ ਛਾਲ ਮਾਰ ਕੇ ਉੱਡਿਆ ਜਾ ਰਿਹਾ ਸੀ ਤੇ ਚਰਨ ਕਮਲ ਹੌਲੀ ਹੌਲੀ ਘਟਦੀ ਜਾ ਰਹੀ ਧੂੜ ਨੂੰ ਦੇਖ ਰਹੀ ਸੀ। ਗੀਤ ਬੀਰ ਰਸ ਤੋਂ ਕਰੁਣਾ ਰਸ 'ਚ ਬਦਲ ਰਿਹਾ ਸੀ ਤੇ ਇਹ ਵਿਛੋੜੇ ਦਾ ਦੁੱਖ ਭਰਿਆ ਗੀਤ ਬਣ ਕੇ ਚਰਨ ਦੇ ਰੋਂਦੇ ਗਲੇ 'ਚ ਬਹਿ ਗਿਆ। ਤੁਹਾਡੇ ਪਿਤਾ ਜੀ ਕਿਉਂ ਇਹੋ ਜਿਹੇ ਦੁੱਖ ਭਰੇ ਗੀਤ ਲਿਖਦੇ ਨੇ? ਉਸ ਕੁੜੀ ਨੇ ਫੇਰ ਕਿਹਾ, ਜਿਹਦਾ ਉੱਤਰ ਕੋਈ ਨਹੀਂ ਸੀ ਦੇ ਰਿਹਾ। ਤੁਹਾਡੇ ਪਿਤਾ ਜੀ ਦੇ ਨਾਂ ਤੇ ਮੈਂ ਚੌਂਕਿਆ ਤੇ ਉਸ ਆਵਾਜ਼ ਨੂੰ ਵਧੇਰੇ ਗੌਰ ਨਾਲ ਸੁਣਨ ਦਾ ਯਤਨ ਕਰਨ ਲੱਗਾ। ਠੀਕ ਉਸੇ ਵੇਲੇ ਸਾਹਮਣੇੋਂ ਬੋਲਦੀਆਂ ਮੂਰਤਾਂ ਇੱਕ ਲਿਸ਼ਕਾਰੇ ਜਿਹੇ ਨਾਲ ਚਿੱਟੇ ਪਰਦੇ 'ਚ ਬਦਲ ਗਈਆਂ ਤੇ ਪਲਕੂ ਲਈ ਸੰਨਾਟਾ ਛਾ ਗਿਆ। ਝੱਟ ਬਿਜਲੀਆਂ ਜਗ ਪਈਆਂ। ਫਿਲਮ ਟੁੱਟ ਗਈ ਸੀ। ਲੋਕੀ ਹੌਲੀ ਹੌਲੀ ਬੋਲਣਾ ਸ਼ੁਰੂ ਕੀਤਾ। ਮੈਂ ਆਪਣਾ ਮੂੰਹ ਲੁਕਾ ਲਿਆ, ਕੇਵਲ ਅੱਖਾਂ ਨੰਗੀਆਂ ਸਨ। ਉਹ ਸੋਹਣੀ ਕੁੜੀ ਆਪਣੇ ਸਾਥੀ ਨੌਜਵਾਨ ਦੇ ਮੂੰਹ ਵੱਲ ਤੱਕ ਕੇ ਹੈਰਾਨ ਹੋਈ ਬੋਲੀ, ਤੁਸੀਂ ਰੋ ਰਹੇ ਸੋ? ਨਹੀਂ। ਉਹਦੇ ਸਾਥੀ ਨੇ ਅੱਖਾਂ ਪੂੰਝ ਕੇ ਆਪਣੀ ਕਮਜ਼ੋਰੀ ਲੁਕਾਉਣ ਦਾ ਯਤਨ ਕਰਦਿਆਂ ਕਿਹਾ, ਤੁਸੀਂ ਮੇਰੇ ਕੋਲੋਂ ਵੀ ਕਮਜ਼ੋਰ ਦੇ ਲਓ, ਮੈਨੂੰ ਪਤਾ ਨਹੀਂ ਸੀ। ਸਾਥੀ ਨੂੰ ਇਹ ਗੱਲ ਬੜੀ ਚੁਭੀ। ਉਸ ਆਖਿਆ, ਤੁਸੀਂ ਇਸ ਨਤੀਜੇ ਤੇ ਕਿਵੇਂ ਪਹੁੰਚ ਗਏ? ਤੁਹਾਡੇ ਰੋਣ ਤੋਂ। ਪਰ ਰੋਣਾ ਸਦਾ ਕਮਜ਼ੋਰੀ ਦੀ ਨਿਸ਼ਾਨੀ ਤੇ ਨਹੀਂ ਹੁੰਦਾ। ਨਾ ਸਹੀ, ਉਸ ਕੁੜੀ ਨੇ ਟਾਲਦਿਆਂ ਕਿਹਾ, ਪਰ ਕੀ ਇਹ ਕਹਾਣੀ ਬਹੁਤ ਦੁੱਖ ਭਰੀ ਹੈ? ਤੁਹਾਡਾ ਕੀ ਮਤਲਬ ਹੈ? ਨੌਜਵਾਨ ਨੇ ਪੁੱਛਿਆ। ਮੇਰਾ ਮਤਲਬ ਹੈ ਕਿ ਕੀ ਵਿਜੇਪਾਲ ਬਚ ਕੇ ਆ ਜਾਏਗਾ? ਜੇ ਉਹ ਜੰਗ ਤੋਂ ਬਚ ਆਵੇ ਤਾਂ ਕੀ ਟ੍ਰੈਜਡੀ ਨਹੀਂ ਹੋ ਸਕਦੀ? ਫੇਰ ਕਾਹਦੀ ਟ੍ਰੈਜਡੀ ਹੋਈ? ਸੋਹਣੀ ਕੁੜੀ ਨੇ ਗੱਲ ਮੋੜੀ। ਮੁੰਡੇ ਨੇ ਮੂੰਹ ਤਾਂ ਚੁੱਕ ਕੇ ਲੰਮਾ ਸਾਹ ਛੱਡਦਿਆਂ ਕਿਹਾ, ਮੁੜੇਗਾ ਠੀਕ, ਪਰ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਮੁੜੇਗਾ ਜ਼ਰੂਰ। ਪਰ ਪੁੱਤਰ ਨੂੰ ਜਨਮ ਦੇ ਕੇ ਮਰ ਰਹੀ ਪਤਨੀ ਦਾ ਮੂੰਹ ਦੇਖਣ। ਕਿੱਡੀ ਨਿਰਦਈ ਕੁਦਰਤ! ਕੁੜੀ ਨੇ ਵੀ ਡੂੰਘਾ ਸਾਹ ਖਿੱਚ ਕੇ ਛੱਡਦਿਆਂ ਕਿਹਾ। ਲਾਗੇ ਚਾਗੇ ਦੀਆਂ ਸੀਟਾਂ ਵਾਲੇ ਜੋੜੇ ਤੇ ਤੀਵੀਆਂ ਮਰਦ ਇਹਨਾਂ ਵੱਲ ਤੱਕਣ ਲੱਗ ਪਏ ਸਨ, ਪਰ ਇਹ ਗੱਲਾਂ 'ਚ ਮਸਤ ਸਨ। ਮੈਨੂੰ ਪਤਾ ਲੱਗ ਚੁੱਕਾ ਸੀ ਕਿ ਨੌਜਵਾਨ ਮੇਰਾ ਪੁੱਤਰ ਹੈ ਤੇ ਕੁੜੀ ਮੇਰੇ ਗੁਆਂਢੀ ਸੇਠ ਕਰਮਚੰਦ ਦੀ ਧੀ। ਮੇਰਾ ਪੁੱਤਰ ਬੋਲਿਆ, ਕੁਦਰਤ ਤੋਂ ਵੀ ਵੱਧ ਲੋਕ ਜ਼ਾਲਮ ਹਨ। ਸੱਚੇ ਦਿਲ ਨਾਲ ਦੇਸ਼ ਸੇਵਾ ਕਰਨ ਵਾਲੇ ਉੱਤੇ ਇਸ ਬਿਨਾਂ ਤੇ ਵਿਸ਼ਵਾਸਘਾਤ ਦਾ ਮੁਕੱਦਮਾ ਚਲਾਇਆ ਜਾਂਦਾ ਹੈ ਕਿ ਉਹ ਕੌਮ ਲਈ ਜੰਗ ਨਹੀਂ ਜਿੱਤ ਸਕਿਆ। ਲੋਕ ਉੱਤੇ ਪੱਥਰ ਸੁੱਟਦੇ ਹਨ, ਥੁੱਕਦੇ ਹਨ। ਉਹਦਾ ਸੁੱਖੀ ਲੱਦਾ ਪੁੱਤਰ ਸਮਾਜ ਦੀ
ਪਰਮ ਕਿਰਪਾਲਤਾ ਨਾਲ ਦੁੱਧ ਦੇ ਘੁੱਟ ਤੇ ਰੋਟੀ ਦੇ ਸੁੱਕੇ ਟੁਕੜੇ ਨੂੰ ਵਿਲਕਦਾ ਤੇ ਤੜਫਦਾ। ਬਸ ਬਸ ਮੇਰੇ ਪ੍ਰੀਤਮ, ਉਸ ਸੁੰਦਰੀ ਨੇ ਮੇਰੇ ਪੁੱਤਰ ਦਾ ਨਾਂ ਲੈਂਦਿਆਂ ਕਿਹਾ, ਮੈਂ ਇਹ ਕਹਾਣੀ ਹੋਰ ਨਹੀਂ ਦੇਖ ਸਕਾਂਗੀ। ਤੁਸੀਂ ਤੇ ਕਹਿੰਦੇ ਸੋ ਮੈਂ ਰੋਂਦਾ ਹਾਂ, ਇਸ ਲਈ ਕਮਜ਼ੋਰ ਹਾਂ, ਪਰ ਤੁਸੀਂ ਮੇਰੇ ਕੋਲੋਂ ਬਲਵਾਨ ਹੁੰਦੇ ਹੋਏ ਕਿਉਂ ਨੱਸਦੇ ਹੋ? ਮੈਂ ਅਬਲਾ ਹਾਂ ਤੇ ਬਹੁਤ ਕਮਜ਼ੋਰ ਹਾਂ, ਮੈਂ ਦੇਖ ਨਹੀਂ ਸਕਾਂਗੀ। ਆਓ ਚਲੀਏ। ਨਹੀਂ, ਮੇਰੇ ਪੁੱਤਰ ਨੇ ਕਿਹਾ, ਤੁਹਾਨੂੰ ਜੀਵਨ ਦੀ ਇਹ ਅਸਲੀਅਤ ਦੇਖਣੀ ਪਏਗੀ, ਦੇਖਣੀ ਚਾਹੀਦੀ ਹੈ। ਮੈਂ ਦੇਖਿਆ ਕਿ ਉਸ ਕੁੜੀ ਦੀ ਕੋਮਲ ਪਰ ਗੁੱਟਵੀਂ ਨੰਗੀ ਬਾਂਹ ਮੇਰੇ ਲੜਕੇ ਦੇ ਲੱਕ ਦੁਆਲੇ ਪਿੱਛੋਂ ਦੀ ਵਲੀ ਗਈ। ਉਸ ਕਿਹਾ, ਮੈਂ ਦੇਖਾਂਗੀ, ਅੰਤ ਤੱਕ ਦੇਖਾਂਗੀ, ਇਹ ਦੁਖਾਂਤ ਤੁਹਾਡੇ ਨਾਲ। ਅਚਾਨਕ ਬਿਜਲੀ ਦਾ ਫਿਊਜ਼ ਉੱਡ ਗਿਆ ਤੇ ਹਾਲ 'ਚ ਹਨੇਰਾ ਹੀ ਹਨੇਰਾ ਹੋ ਗਿਆ। ਕੁੜੀ ਦੀ ਆਵਾਜ਼ ਸੀ, ਜਿਸ ਪੁੱਛਿਆ, ਸਰ ਤੁਹਾਡੀ ਉਦੋਂ ਕੀ ਉਮਰ ਸੀ ਜਦ ਤੁਹਾਡੇ ਮਾਤਾ ਜੀ ਗੁਜ਼ਰੇ? ਪਿਤਾ ਜੀ ਕਹਿੰਦੇ ਹਨ 3 ਦਿਨ। ਤੇ ਤੁਹਾਡੀ ਮਾਤਾ ਜੀ ਦੀ? 20 ਵਰ੍ਹੇ। ਬੜੇ ਸੁੰਦਰ ਹੋਣਗੇ ਤੁਹਾਡੇ ਮਾਤਾ ਜੀ। ਉਹਨਾਂ ਦੀ ਤਸਵੀਰ ਤੇ ਪਿਤਾ ਜੀ ਤਾਂ ਇੰਝ ਹੀ ਕਹਿੰਦੇ ਨੇ। ਉਂਝ ਤਾਂ ਤੁਹਾਡੀ ਆਪਣੀ ਸ਼ਕਲ ਵੀ ਇਹੋ ਕਹਿੰਦੀ ਹੈ। ਮੋਹਨੀ, ਮਖੌਲ ਕਰਦੇ ਹੋ ਨਾ? ਉੱਕਾ ਹੀ ਨਹੀਂ ਪ੍ਰੀਤਮ, ਸੱਚ। ਮਾਤਾ ਜੀ ਦੀ ਮੌਤ ਕਿਸ ਬਿਮਾਰੀ ਨਾਲ ਹੋਈ? ਪਿਤਾ ਜੀ ਉਦੋਂ ਬਹੁਤ ਗਰੀਬ ਸਨ, ਇੱਕ ਗਰੀਬ ਕਹਾਣੀ ਲੇਖਕ। ਉਹ ਚੰਗੀ ਦਾਈ ਦਾ ਪ੍ਰਬੰਧ ਨਾ ਕਰ ਸਕੇ। ਤੇ ਫਿਲਮ ਦੀ ਕਹਾਣੀ ਅੱਗੇ ਕੀ ਹੈ? ਬਸ ਬਹਾਦਰ ਜੇਲ੍ਹ ਦੇ ਦੁੱਖ ਸਹਿ ਕੇ ਨਿਰਬਲ ਤੇ ਬੁੱਢਾ ਹੋ ਜਾਂਦਾ ਹੈ, ਪਰ ਉਹ ਸਾਰੀਆਂ ਤਕਲੀਫਾਂ ਤੇ ਬੇਇੱਜ਼ਤੀਆਂ ਨੂੰ ਖਿੜੇ ਮੱਥੇ ਸਹਿੰਦਾ ਹੈ। ਅਖੀਰ ਲੋਕਾਂ ਨੂੰ ਇੱਕ ਦਿਨ ਅਸਲੀਅਤ ਦਾ ਚਾਨਣਾ ਹੁੰਦਾ ਹੈ ਤੇ ਉਹਦੀਆਂ ਕੁਰਬਾਨੀਆਂ ਦਾ ਪਤਾ ਲੱਗਦਾ ਹੈ। ਲੋਕ ਉਹਨੂੰ ਸਿਰ ਤੇ ਚੁੱਕ ਲੈਂਦੇ ਹਨ, ਜਗੀਰਾਂ ਮਿਲਦੀਆਂ ਹਨ, ਰਾਜ ਦੀ ਵਾਗਡੋਰ ਉਹਦੇ ਹੱਥ ਸੌਂਪ ਦਿੱਤੀ ਜਾਂਦੀ ਹੈ। ਪਰ ਕੀ ਇਹ ਸਭ ਕੁਝ ਉਹਦੀ ਪਿਆਰੀ ਪਤਨੀ ਦੀ ਮੌਤ ਦਾ ਮੁੱਲ ਹੋ ਸਕਦੇ ਹਨ? ਕਦੇ ਨਹੀਂ। ਮੋਨੀ ਦੀ ਆਵਾਜ਼ ਆਈ। ਬਿਜਲੀ ਜਗ ਪਈ। ਮੋਨੀ ਫੇਰ ਬੋਲੀ, ਪ੍ਰੀਤਮ, ਤੁਸੀਂ ਬਿਲਕੁਲ ਆਪਣੇ ਪਿਤਾ ਵਰਗੇ ਹੋ, ਤੁਹਾਡਾ ਐਕਟਿੰਗ ਵੀ ਤੇ ਤੁਹਾਡੇ ਗੀਤ ਵੀ। ਉਹ ਮੇਰੇ ਦਿਲ ਨੂੰ ਬਸ ਇਹ ਸਿਨਮਾ ਮੋਨੀ। ਮੇਰੇ ਪੁੱਤਰ ਨੇ ਕਿਸੇ ਜਜ਼ਬੇ ਦਾ ਅਸਰ ਹੇਠਾਂ ਅਤ ਕੋਮਲ ਲਹਿਜੇ 'ਚ ਕਿਹਾ। ਫਿਲਮ ਸ਼ੁਰੂ ਹੋ ਗਈ, ਪਰ ਮੈਂ ਉੱਠ ਆਇਆ। ਮੈਨੂੰ ਕਦੀ ਖਿਆਲ ਨਹੀਂ ਸੀ ਕਿ ਪ੍ਰੀਤਮ ਦਾ ਪਿਆਰ ਮੋਹਨੀ ਨਾਲ ਹੋ ਸਕਦਾ ਹੈ। ਹੁੰਦਾ ਵੀ ਕਿਉਂ ਨਾ। ਦੋਵੇਂ ਸੋਹਣੇ ਸਨ, ਸਿਆਣੇ ਸਨ, ਇੱਕੋ ਕਾਲਜ ਦੇ ਵਿਦਿਆਰਥੀ ਸਨ। ਮੈਂ ਹੀ ਮੂਰਖ ਡਾਇਰੈਕਟਰ ਸਾਂ। ਮੈਂ ਸਿੱਧਾ ਆਪਣੀ ਗੁਆਂਢੀ ਦੀ ਕੋਠੀ ਪਹੁੰਚਾ। ਕਾਲ ਬੈਲ ਵਜਾਈ। ਸੇਠ ਹੋਰੀ ਜਾਗਦੇ ਸਨ। ਮੈਨੂੰ ਵਕਤ ਮਿਲ ਗਿਆ। ਮੈਨੂੰ ਆਉਂਦੇ ਵੇਖ ਕੇ ਉਹਨਾਂ ਵੱਧ ਕੇ ਹੱਥ ਮਿਲਾਇਆ ਤੇ ਬਾਂਹ ਪਾ ਕੇ ਸੋਫੇ ਤੇ ਲਿਆ ਬਿਠਾਇਆ। ਇੱਧਰ ਉੱਧਰ ਦੀਆਂ ਕਾਫੀ ਗੱਲਾਂ ਹੋਈਆਂ। ਇੰਨੇ ਨੂੰ ਮੋਹਿਨੀ ਦੇ ਬੂਟਾਂ ਦੀ ਖੜਕਾਰ ਬਾਹਰਲੇ ਫਰਸ਼ ਤੇ ਹੋਈ ਤੇ ਉਹ, ਪਿਤਾ ਜੀ ਜਾਗਦੇ ਹੋ, ਕਹਿ ਕੇ ਆਪਣੇ ਕਮਰੇ ਵੱਲ ਤੁਰ ਪਈ। ਮੈਂ ਸੇਠ ਜੀ ਨੂੰ ਕਿਹਾ, ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨ ਆਇਆ। ਹੁਕਮ ਕਰੋ, ਸੇਠ ਜੀ ਨੇ ਆਦਰ ਭਰੇ ਲਹਿਜੇ 'ਚ ਕਿਹਾ। ਮੈਂ ਪਤਾ ਲਾਇਆ ਕਿ ਪ੍ਰੀਤਮ ਤੇ ਮੋਹਨੀ ਦਾ ਇੱਕ ਦੂਜੇ ਨਾਲ ਪਿਆਰ ਹੈ। ਇਹ ਕਿਵੇਂ ਹੋ ਸਕਦਾ ਹੈ? ਸੇਠ ਜੀ ਨੇ ਹੈਰਾਨੀ ਨਾਲ ਅੱਖਾਂ ਪਾੜ ਕੇ ਮੇਰੇ ਵੱਲ ਵੇਖਦਿਆਂ ਕਿਹਾ, ਮੈਂ ਹੁਣੇ ਸਿਨੇਮੇ ਤੋਂ ਆ ਰਿਹਾ ਤੇ ਦੋਵੇਂ ਵੀ ਉੱਥੇ ਹੀ ਸਨ। ਮੈਂ ਲੁੱਕ ਕੇ ਇਹਨਾਂ ਦੀਆਂ ਗੱਲਾਂ ਸੁਣਦਾ ਰਿਹਾ। ਬਿਲਕੁਲ ਝੂਠ ਹੈ, ਮੈਂ ਨਹੀਂ ਮੰਨ ਸਕਦਾ। ਮੇਰੀ ਬੇਟੀ ਇਹੋ ਜਿਹੀ ਨਹੀਂ। ਮੋਹਨੀ ਨੂੰ ਬੁਲਾ ਕੇ ਪੁੱਛ ਲਓ, ਮੈਂ ਹਿਆ ਕਰਕੇ ਕਿਹਾ। ਮੋਹਨੀ, ਸੇਠ ਨੇ ਇੱਕ ਚੀਕਵੀਂ ਆਵਾਜ਼ ਦਿੱਤੀ ਤੇ ਉਹ ਕੋਠੀ ਵਿੱਚ ਗੂੰਜ ਆਈ। ਆਈ ਪਿਤਾ ਜੀ, ਮੋਹਨੀ ਨੇ ਆਪਣੇ ਕਮਰੇ 'ਚੋਂ ਅਤ ਕੋਮਲ ਲਮਕਵੀਂ ਆਵਾਜ਼ ਦਿੱਤੀ। ਥੋੜ੍ਹੀ ਚਿਰ ਪਿੱਛੋਂ ਮੋਹਨੀ ਆਪਣੀ ਸਾਦੀ ਸਾੜੀ ਤੇ ਚਟ ਚਟ ਕਰਦੀ ਨਵੀਂ ਕਿਸਮ ਦੀ ਚੱਪਲ ਪਾਈ ਆਈ ਤੇ ਮੈਨੂੰ ਪ੍ਰਣਾਮ ਕੀਤਾ। ਬੇਟੀ, ਡਾਇਰੈਕਟਰ ਸਾਹਿਬ ਆਖਦੇ ਹਨ ਕਿ ਤੇਰਾ ਪ੍ਰੀਤਮ ਨਾਲ ਪਿਆਰ ਹੈ ਤੇ ਹੁਣ ਤੂੰ ਉਸ ਨਾਲ ਸਿਨੇਮੇ 'ਚ ਆਈ ਹੈ। ਮੋਹਿਨੀ ਪਹਿਲਾਂ ਘਬਰਾਈ, ਚੋਰ ਅੱਖੀਂ ਮੇਰੇ ਵੱਲ ਵੇਖਿਆ। ਮੇਰੀ ਦ੍ਰਿੜਤਾ ਵੇਖ ਕੇ ਸ਼ਰਮਾਉਂਦੀ ਹੋਈ ਬੋਲੀ, ਪਿਤਾ ਜੀ, ਕਿਸੇ ਬਜ਼ੁਰਗ ਨੂੰ ਮੈਂ ਝੂਠਾ ਤੇ ਨਹੀਂ ਕਹਿ ਸਕਦੀ। ਤਾਂ ਕਿ ਇਹ ਸੱਚ ਹੈ? ਸੇਠ ਨੇ ਕੜਕ ਕੇ ਕਿਹਾ। ਮੋਹਿਨੀ ਨੇ ਸਿਰ ਨੀਵਾਂ ਪਾ ਲਿਆ। ਡਾਕਟਰ ਸਾਹਿਬ, ਭਾਵੇਂ ਗੱਲ ਸੱਚ ਵੀ ਹੈ, ਪਰ ਮੈਂ ਕੁਝ ਨਹੀਂ ਕਰ ਸਕਦਾ। ਪੈਸਾ ਹੀ ਤਾਂ ਸਭ ਕੁਝ ਨਹੀਂ, ਸ਼ੋਹਰਤ ਹੀ ਤਾਂ ਸਭ ਕੁਝ ਨਹੀਂ। ਜਾਤਾਂ ਵੀ ਕੁਝ ਅਰਥ ਰੱਖਦੀਆਂ ਹਨ ਤੇ ਮਜ਼ਹਬ ਵੀ। ਮੋਹਿਨੀ ਨੇ ਝਕਦਿਆਂ ਆਖਿਆ, ਮੈਂ ਹੋਰ ਕਿਸੇ ਨਾਲ? ਸੇਠ ਨੇ ਵਿੱਚੋਂ ਟੁੱਕਦਿਆਂ ਕਿਹਾ, ਨਿਰਲੱਜ, ਉਹੀ ਹੋਏਗਾ ਜੋ ਮੈਂ ਚਾਹਾਂਗਾ। ਤਾਂ ਮੈਂ ਕਦੀ ਸ਼ਾਦੀ ਨਹੀਂ ਕਰਵਾਵਾਂਗੀ। ਮੋਹਿਨੀ ਨੇ ਕਿਹਾ ਤੇ ਉਹਦੀਆਂ ਅੱਖਾਂ 'ਚ ਭੀਸ਼ਮ ਵਰਗਾ ਪ੍ਰਣ ਸੀ। ਮੈਂ ਘਬਰਾ ਕੇ ਉੱਠ ਬੈਠਾ। ਮੇਰਾ 6 ਸਾਲ ਦਾ ਲੜਕਾ ਪ੍ਰੀਤਮ ਗੁਆਂਢੀਆਂ ਦੀ 4 ਸਾਲ ਦੀ ਮੋਹਿਨੀ ਨਾਲ ਘਰ ਬਣਾਉਣ ਖੇਡ ਰਿਹਾ ਸੀ। ਟਾਈਮ ਪੀਸ ਵੱਲ ਵੇਖਿਆ। ਮਸਾਂ 15 ਮਿੰਟ ਹੋਏ ਸਨ ਮੇਰੀ ਅੱਖ ਲੱਗੀ ਨੂੰ। ਮੈਂ ਪ੍ਰੀਤਮ ਤੇ ਮੋਹਿਨੀ ਨੂੰ ਵਾਰੋ-ਵਾਰੀ ਚੁੱਕ ਕੇ ਚੁੰਮਿਆ। ਛੇਤੀ ਹੀ ਮੈਂ ਕਹਾਣੀ ਲਿਖਣ ਲੱਗ ਪਿਆ। ਕੋਈ ਰਸਾਲਾ 10 ਰੁਪਏ ਭੇਜੇਗਾ।
ਮੈਂ ਸੋਚਿਆ ਤੇ ਮਾਂ ਮੈਟਰ ਪ੍ਰੀਤਮ ਲਈ ਇੱਕ ਸਵੈਟਰ ਖਰੀਦਾਂਗਾ ਤੇ ਮੋਨੀ ਲਈ ਕੁਝ ਖਿਡੌਣੇ। ਧੰਨਵਾਦ। ਇਹ ਪੁਸਤਕ ਪਹਿਲੀ ਵਾਰੀ 1959 ਵਿੱਚ ਛਪੀ ਸੀ। ਧੰਨਵਾਦ। ਕਹਾਣੀ ਹੈ ਲੁਕਣ ਮੀਚੀ। ਗੱਡੀ ਸ਼ੀਂ ਸ਼ੀਂ ਕਰਦੀ ਤੁਰ ਪਈ ਸੀ ਜਦ ਕੁਲੀ ਨੇ ਦਰਮਿਆਨੇ ਦਰਜੇ ਦੇ ਖੁੱਲ੍ਹੇ ਬੂਹੇ ਵਿੱਚ ਸੂਟਕੇਸ ਆ ਰੱਖਿਆ। ਅੰਦਰ ਖੜੀ ਕੁੜੀ ਨੇ ਆਪਣੀ ਵੀਣੀ ਨਾਲ ਲਮਕਦੇ ਬਟੂਏ ਵਿੱਚੋਂ ਇੱਕ ਦੁਆਨੀ ਕੱਢ ਕੇ ਨੱਠੇ ਆਉਂਦੇ ਕੁਲੀ ਦੀ ਤਲੀ ਤੇ ਸੁੱਟੀ। ਉਹ ਨਿਉਂ ਕੇ ਸਲਾਮਾਂ ਕਰਦਾ ਪਿਛਾਂਹ ਪਰਤ ਗਿਆ। ਗੱਡੀ ਸਟੇਸ਼ਨ ਦੀ ਹੱਦੋਂ ਬਾਹਰ ਨਿਕਲ ਕੇ ਆਪਣੀ ਚਾਲ ਫੜ ਰਹੀ ਸੀ, ਪਰ ਉਹ ਕੁੜੀ ਜਿਉਂ ਦੀ ਤਿਉਂ ਖੜੀ ਬੂਹੇ ਤੋਂ ਬਾਹਰ ਤੱਕ ਰਹੀ ਸੀ। ਆਖਰ ਉਹ ਹਿੱਲੀ ਜਿਵੇਂ ਸੰਗਮਰਮਰ ਦੀ ਮੂਰਤੀ 'ਚ ਜਾਨ ਪੈ ਗਈ ਹੋਵੇ। ਉਹਦਾ ਛਤਰੀ ਵਾਲਾ ਹੱਥ ਉਤਾਂਹ ਉੱਠਿਆ ਤੇ ਬਟੂਏ ਵਾਲਾ ਹੇਠਾਂ ਗਿਆ। ਇੱਕ ਅੰਗੜਾਈ ਦੇ ਨਾਲ ਉਹਦੀ ਛਾਤੀ ਉਭਰੀ ਤੇ ਦੂਜੇ ਪਲ ਇੱਕ ਠੰਡੇ ਸਾਹ ਨਾਲ ਬਹਿ ਗਈ। ਡੱਬੇ ਦੀ ਪਰਲੀ ਨੁਕਰੇ ਬੈਠੇ ਅਜੀਬ ਮਨੁੱਖ ਨੇ ਸ਼ਾਇਦ ਉਹਦੇ ਮੂੰਹੋਂ ਹੌਲੀ ਨਿਕਲਿਆ ਬਸੰਤ ਸ਼ਬਦ ਸੁਣਿਆ ਹੋਣਾ। ਉਹ ਇੱਕ ਟੱਕ ਸਾਹਮਣੇ ਪਏ ਇੱਕ ਗੱਤੇ ਦੇ ਤੇ ਚਮੇੜੇ ਕਾਗਜ਼ ਨੂੰ ਗੌਰ ਨਾਲ ਦੇਖ ਰਿਹਾ ਸੀ। ਉਹ ਧਿਆਨ ਮਸਤ ਇੰਝ ਬੈਠਾ ਹੋਇਆ ਸੀ ਜਿਵੇਂ ਉਹਨੂੰ ਕਮਰੇ 'ਚ ਕਿਸੇ ਹੋਰ ਦੀ ਹੋਣ ਦਾ ਪਤਾ ਹੀ ਨਾ ਹੋਵੇ। ਪਿਛਲੇ 3 ਸਟੇਸ਼ਨਾਂ ਤੋਂ ਇਸ ਡੱਬੇ 'ਚ ਹੋਰ ਕੋਈ ਬੈਠਾ ਹੀ ਨਹੀਂ ਸੀ। ਠੰਡੇ ਸਾਹ ਨਾਲ ਨਿਕਲੇ ਬਸੰਤ ਸ਼ਬਦ ਵਿੱਚ ਖਬਰੇ ਕੀ ਅਸਰ ਸੀ ਜਿਹਨੇ ਉਹਦੀ ਸੁਰਤ ਨੂੰ ਪਿੱਠ ਦੇ ਕੇ ਖੜੀ ਕੁੜੀ ਵੱਲ ਖਿੱਚ ਲਿਆ। ਕਮਾਲ ਹੈ, ਪਿੱਠ ਵੱਲੋਂ ਕੁੜੀ। ਦਿਲ ਵਿੱਚ ਉਹ ਕਹਿ ਰਿਹਾ ਹੋਏਗਾ ਜਦੋਂ ਕੁੜੀ ਇੱਕਦਮ ਪਿਛਾਂਹ ਨੂੰ ਫਿਰੀ ਤੇ ਉਹਨੂੰ ਪਤਾ ਲੱਗਾ ਕਿ ਸਾਹਮਣੇ ਪਾਸਿਓਂ ਕੁੜੀ ਕਿੰਨੀ ਜ਼ਿਆਦਾ ਕਮਾਲ ਹੈ। ਕੁੜੀ ਨੂੰ ਭੱਜੋ ਨੱਸੀ 'ਚ ਪਤਾ ਨਹੀਂ ਸੀ ਲੱਗਾ ਕਿ ਇਸ ਕਮਰੇ ਵਿੱਚ ਕੋਈ ਹੋਰ ਵੀ ਬੈਠਾ ਹੋਇਆ। ਉਹ ਅਚਾਨਕ ਉਸ ਅਜੀਬ ਨੌਜਵਾਨ ਨੂੰ ਆਪਣੇ ਵੱਲ ਤੱਕਦਾ ਵੇਖ ਕੇ ਸ਼ਰਮਾ ਕੇ ਲਾਜਵੰਤੀ ਵਾਂਗ ਇਕੱਠੀ ਜੀ ਹੋ ਗਈ। ਪਤਾ ਨਹੀਂ ਉਹਦੀਆਂ ਪੀਲੀਆਂ ਗੋਲ ਗੱਲਾਂ ਉੱਤੇ ਇੱਕ ਪਲ ਭਰ ਲਈ ਲਾਲੀ ਕਿੱਥੋਂ ਆ ਗਈ ਸੀ। ਵਰ ਦੇ ਬੱਦਲਾਂ ਨੂੰ ਪਾੜ ਕੇ ਨਿਕਲੀ ਚੜ੍ਹਦੇ ਸੂਰਜ ਦੀ ਕਿਰਨ ਦੀ ਭਾਅ ਹੋਏਗੀ। ਕੁੜੀ ਨੇ ਆਪਣੇ ਸਿਰ ਤੋਂ ਖਿਸਕਦੀ ਖੱਦਰ ਦੀ ਲਸੂੜੀਆ ਸਾੜੀ ਨੂੰ ਸੰਭਾਲਿਆ। ਸੂਟਕੇਸ ਤੇ ਉਹਦੀ ਨਜ਼ਰ ਪਈ ਜੋ ਖੁੱਲ੍ਹੇ ਬੂਹੇ ਵਿੱਚੋਂ ਮੀਂਹ ਦੀ ਵਾਛੜ ਨਾਲ ਭਿੱਜ ਰਿਹਾ ਸੀ। ਉਹਨੂੰ ਚੁੱਕ ਕੇ ਫੱਟੇ ਤੇ ਰੱਖਣ ਦਾ ਯਤਨ ਕਰਨ ਲੱਗੀ, ਪਰ ਉਹ ਬੇਵਸਾ ਹੋ ਕੇ ਉਹਦੇ ਹੱਥਾਂ 'ਚੋਂ ਨਿਕਲ ਗਿਆ ਤੇ ਉਹਦਾ ਪੈਰ ਸੱਟ ਲੱਗਣੋਂ ਮਸਾਂ ਬਚਿਆ। ਉਹਨੂੰ ਮੁੜ ਕੇ ਚੁੱਕਣ ਲੱਗੀ ਸੀ ਕਿ ਉਹ ਜਵਾਨ ਉੱਠਿਆ ਤੇ ਸੂਟਕੇਸ ਨੂੰ ਅੱਧ ਵਾਟਿਓਂ ਫੜ ਕੇ ਕਹਿਣ ਲੱਗਾ, ਕਿ ਮੈਂ ਇਸ ਕੰਮ 'ਚ ਤੁਹਾਡੀ ਮਦਦ ਕਰ ਸਕਦਾ? ਮਿਹਰਬਾਨੀ, ਕੁੜੀ ਨੇ ਕਿਹਾ, ਪਰ ਉਸ ਦੇ ਬੁੱਲ੍ਹਾਂ ਨੇ ਇਹ ਕੰਮ ਮੈਂ ਆਪ ਕਰ ਸਕਦੀ ਹਾਂ ਨਾ ਨਿਕਲਣ ਦਿੱਤਾ। ਉਹ ਨੌਜਵਾਨ ਇਹਦੀ ਕੀ ਲੋੜ ਸੀ ਕਹਿੰਦਾ ਸੂਟਕੇਸ ਨੂੰ ਫੱਟੇ ਤੇ ਰੱਖ ਕੇ ਆਪਣੀ ਸੀਟ ਤੇ ਜਾ ਬੈਠਾ। ਕੁੜੀ ਨੇ ਸੀਟਾਂ ਵੱਲ ਨਜ਼ਰ ਮਾਰੀ। ਜਿਸ ਪਾਸਿਓਂ ਚੜ੍ਹੀ ਸੀ ਉਸ ਪਾਸੇ ਦੀਆਂ ਦੋਵੇਂ ਗਦੈਲੇਦਾਰ ਸੀਟਾਂ ਵਾਛੜ ਨਾਲ ਭਿੱਜੀਆਂ ਹੋਈਆਂ ਸਨ। ਉਹਨੂੰ ਮੁਸ਼ਕਿਲ 'ਚ ਵੇਖ ਕੇ ਨੌਜਵਾਨ ਫੇਰ ਬੋਲਿਆ, ਮਾਫ਼ ਕਰਨਾ, ਸਾਹਮਣੀਆਂ ਤਾਕੀਆਂ ਮੈਂ ਹੀ ਖੁੱਲੀਆਂ ਰੱਖੀਆਂ ਸਨ। ਠੰਡੀ ਹਵਾ ਮੈਨੂੰ ਜ਼ਰਾ ਚੰਗੀ ਲੱਗਦੀ ਹੈ, ਤੁਸੀਂ ਇਸ ਪਾਸੇ ਹੀ ਆ ਬੈਠੋ। ਕੁੜੀ ਕੋਈ ਚਾਰਾ ਨਾ ਵੇਖ ਕੇ ਆਪਣੇ ਕੱਪੜਿਆਂ ਤੇ ਆਪਣੇ ਆਪ ਨੂੰ ਸੰਭਾਲਦੀ ਹੋਈ ਉਹਦੇ ਸਾਹਮਣੀ ਸੀਟ ਤੇ ਜਾ ਬੈਠੀ। ਬਟੂਆ ਉਹਨੇ ਲਾਹ ਕੇ ਲਾਗੇ ਰੱਖ ਲਿਆ ਤੇ ਛਤਰੀ ਸੀਟ ਦੀ ਢੋਅ ਨਾਲ ਚੁੱਕ ਕੇ ਨੁੱਕਰ ਵਿੱਚ। ਉਹ ਉਪਰੀ ਜੀ ਨਜ਼ਰ ਨਾਲ ਬਾਰੀ 'ਚੋਂ ਭੱਜੇ ਜਾਂਦੇ ਖੂਹਾਂ, ਖੇਤਾਂ, ਦਰਖਤਾਂ, ਨਾਲਿਆਂ, ਟਿੱਬਿਆਂ, ਪਿੰਡਾਂ ਆਦਿ ਨੂੰ ਦੇਖਦੀ ਰਹੀ। ਉਹਦੀ ਕੋਈ ਤੀਸਰੀ ਅੱਖ ਉਸ ਨੌਜਵਾਨ ਨੂੰ ਵੀ ਦੇਖ ਰਹੀ ਸੀ। ਉਹ ਅਨੋਖਾ ਨੌਜਵਾਨ 20ਵੀਂ ਸਦੀ ਦਾ ਈਸਾ ਜਾਪਦਾ ਸੀ। ਮੋਟੇ ਖੱਦਰ ਦਾ ਚੋਲਾ ਤੇ ਚੌੜਾ ਪਜਾਮਾ ਉਹਦੀ ਪੁਸ਼ਾਕ ਸੀ। ਸਿਰ ਦੇ ਲੰਮੇ ਵਾਲ ਉਸ ਵਾਹ ਕੇ ਪਿਛਾਂਹ ਸੁੱਟੇ ਹੋਏ ਸਨ। ਮਾਲੂਮ ਹੁੰਦਾ ਸੀ ਉਹ ਕਦੇ ਕਟਾਏ ਨਹੀਂ। ਸੋਹਣੇ ਤਿੱਖੇ ਤੇ ਕਣਕ ਵੰਨੇ ਚਿਹਰੇ ਤੇ ਚੱਪਾ ਚੱਪਾ ਦਾੜੀ ਚੰਗੀ ਫੱਬੀ ਹੋਈ ਸੀ ਤੇ ਪੈਰੀਂ ਮਾਮੂਲੀ ਚੱਪਲਾਂ ਸਨ। ਉਹ ਅੱਗੇ ਪਏ ਕਾਗਜ਼ ਤੇ ਵਾਹੀਆਂ ਕਾਲੀਆਂ ਲੀਕਾਂ ਵਿੱਚੋਂ ਕਿਸੇ ਚੰਦ ਦਾ ਪ੍ਰਕਾਸ਼ ਉਘਾੜਨਾ ਚਾਹੁੰਦਾ ਸੀ। ਇਹੋ ਜਿਹਾ ਅਸਰ ਪੈਦਾ ਕਰਨ ਵਾਲੀ ਲੀਕ ਉਹਨੂੰ ਸੁੱਜੀ ਹੋਈ ਸੀ। ਪੈਨਸਿਲ ਉਹਦੇ ਹੱਥ ਵਿੱਚ ਸੀ, ਪਰ ਗੱਡੀ ਬਹੁਤ ਤੇਜ਼ ਨੱਸ ਰਹੀ ਸੀ ਤੇ ਗੱਤੇ ਵਾਲਾ ਕਾਗਜ਼ ਬਹੁਤ ਕੰਬ ਰਿਹਾ ਸੀ। ਇੱਕ ਗਲਤ ਲਕੀਰ ਉਹਦੇ ਸੁਰਗ ਦਾ ਸਤਿਆਨਾਸ਼ ਕਰ ਸਕਦੀ ਹੈ। ਉਹ ਲਕੀਰ ਗੱਡੀ ਖੜੀ ਹੋਣ ਤੇ ਲਾਏਗਾ। ਪਰ ਫਿਰ ਵੀ ਉਹਨੇ ਸਿਰ ਨਾ ਚੁੱਕਿਆ। ਉਹ ਨੀਵੀਂ ਅੱਖੇ ਕੁੜੀ ਦੀ ਸਾੜੀ, ਬਾਰਡਰ ਤੇ ਨਮੂਨੇ ਤੇ ਚੱਪਲਾਂ ਦੇ ਫੀਤਿਆਂ ਨੂੰ ਇੰਝ ਵੇਖਦਾ ਰਿਹਾ ਜਿਵੇਂ ਉਹ ਕੁਝ ਦੇਖ ਹੀ ਨਹੀਂ ਰਿਹਾ ਹੁੰਦਾ। ਕਾਗਜ਼ ਦੇ ਲਾਗੇ ਇੱਕ ਅੰਗਰੇਜ਼ੀ ਦਾ ਰਸਾਲਾ ਪਿਆ ਸੀ। ਉਹਦੇ ਉੱਪਰਲੇ ਵਰਕੇ ਤੇ ਹੱਥ ਨਾਲ ਲਿਖਿਆ ਹੋਇਆ ਸੀ, ਕਮਲ ਜੀ ਨੂੰ ਐਡੀਟਰ ਦੇ ਸਤਿਕਾਰ ਸਹਿਤ। ਕੁੜੀ ਦੇ ਅੰਦਰ ਮੁੜਦੀਆਂ ਨਜ਼ਰਾਂ ਨੇ ਉਹਨੂੰ ਪੜ੍ਹ ਲਿਆ। ਉਹਦੇ ਅੰਦਰ ਇੱਕ ਸਵਾਲ ਪੁੱਛਣ ਦੀ ਮਜਬੂਰੀ ਪੈਦਾ ਹੋ ਗਈ। ਉਸ ਨੌਜਵਾਨ ਨੂੰ ਕਿਸ ਤਰ੍ਹਾਂ ਬੁਲਾਵੇ? ਨੌਜਵਾਨ ਉਸ ਵੇਲੇ ਕਿਸੇ ਮਸਤੀ ਦੇ ਆਨੰਦ ਵਿੱਚ
ਤਾਕੀਆਂ ਤੋਂ ਬਾਹਰ ਤੱਕ ਰਿਹਾ ਸੀ ਤੇ ਉਹਦੀਆਂ ਅੱਖਾਂ 'ਚ ਇੱਕ ਢਲੀ ਹੋਈ ਡਲਕ ਸੀ, ਜਿਹੋ ਜਿਹੀ ਤਾਰਿਆਂ ਵਿੱਚ ਪ੍ਰਭਾਤੇ ਹੁੰਦੀ ਹੈ ਜਦੋਂ ਕਾਇਨਾਤ ਦੇ ਤਰੇਲ ਵਰ ਰਹੀ ਹੁੰਦੀ ਹੈ। ਕੁੜੀ ਨੇ ਗੱਲ ਪੁੱਛਣ ਦਾ ਤਰੀਕਾ ਸੋਚ ਲਿਆ ਸੀ ਤੇ ਹੁਣ ਉਹਨੂੰ ਅਮਲੀ ਸ਼ਕਲ ਦੇਣ ਲਈ ਹਿੱਲੀ। ਤਿਤਲੀ ਦੇ ਪਰਾਂ ਦੀ ਬੇਮਾਲੂਮ ਫਰਫਰਾਹਟ ਨੇ ਗੁਲਾਬ ਦੇ ਮਹਿਕਦੇ ਸੁਪਨੇ ਉਘੇੜ ਦਿੱਤੇ। ਖੱਦਰ-ਪੋਸ਼ ਨੇ ਕੁੜੀ ਨੂੰ ਕਾਹਲੀ-ਕਾਹਲੀ ਇੱਧਰ ਉੱਧਰ ਤੱਕਦਿਆਂ ਦੇਖਿਆ, ਜਿਵੇਂ ਉਹ ਕੁਝ ਲੱਭ ਰਹੀ ਹੋਵੇ, ਤੇ ਸ਼ਾਇਦ ਮਿੱਠੀ ਬੋਲੀ 'ਚ ਬੋਲਿਆ, ਕੁਝ ਗੁਆਚ ਗਿਆ ਜੇ? ਹਾਂ, ਕੁੜੀ ਨੇ ਡੂੰਘਾ ਸਾਹ ਖਿੱਚਦਿਆਂ ਕਿਹਾ, ਮੈਂ ਆਪਣਾ ਰਸਾਲਾ ਗੁਆ ਆਈ ਹਾਂ, ਹਾਲੀ ਪੜ੍ਹਿਆ ਵੀ ਨਹੀਂ ਸੀ, ਤੁਹਾਡਾ ਰਸਾਲਾ ਵੇਖ ਕੇ ਯਾਦ ਆ ਗਿਆ। ਇਹ ਪਰਚਾ ਤੁਸੀਂ ਦੇਖ ਸਕਦੇ ਹੋ। ਉਹਨੇ ਗੱਲ ਅੱਧ ਵਿੱਚ ਹੀ ਛੱਡਦਿਆਂ ਰਸਾਲਾ ਅਗਾਂਹ ਵਧਾਇਆ। ਕੁੜੀ ਨੇ ਉਹ ਫੜ ਲਿਆ, 2-4 ਸਫ਼ੇ ਉਥਲ-ਪੁਥਲ ਕੀਤੇ। ਇੱਕ ਤ੍ਰੈ ਰੰਗੀ ਤਸਵੀਰ ਵੇਖ ਕੇ, ਜਿਹਦੀ ਨੁੱਕਰ 'ਚ ਚਿੱਟੇ ਹਰਫ ਅੰਕਤ ਸਨ, ਕੰਵਲ ਉਸ ਬੰਸਰੀ ਦੀ ਧੁਨ ਨੇ ਪੁੱਛਿਆ, ਇਹ ਕੰਵਲ ਕੌਣ ਹੈ, ਕੁਝ ਪਤਾ ਜੀ? ਕੋਈ ਚਿੱਤਰਕਾਰ, ਛੋਟਾ ਜਿਹਾ ਉੱਤਰ ਮਿਲਿਆ। ਇਹ ਤਾਂ ਮੈਂ ਵੀ ਜਾਣਦੀ ਹਾਂ, ਇਸੇ ਦੀ ਪੂਰਬੀ ਚਿੱਤਰਕਲਾ ਤੇ ਪਿਛਲੇ ਪਰਚੇ ਵਿੱਚ ਕਿਸੇ ਫਰਾਂਸੀਸੀ ਸਿਆਣੇ ਨੇ ਪੜਚੋਲ ਕੀਤੀ ਸੀ ਨਾ। ਹਾਂ, ਉਹ ਆਦਮੀ ਤੇ ਤੁਸੀਂ ਇਸ ਰਸਾਲੇ ਦੇ ਪੱਕੇ ਗਾਹਕ ਮਾਲੂਮ ਹੁੰਦੇ ਹੋ। ਹਾਂ, ਪਰ ਇਹ ਰਸਾਲਾ ਤੁਹਾਡੇ ਕੋਲ ਕਿਸ ਤਰ੍ਹਾਂ? ਕੀ ਤੁਸੀਂ ਉਹਨਾਂ ਨੂੰ ਜਾਣਦੇ ਹੋ? ਆਹੋ ਜੀ, ਆਪਣੇ ਵਾਂਗ। ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ, ਕਿ ਤੁਸੀਂ ਉਹਨਾਂ ਦਾ ਪਤਾ ਦੱਸ ਸਕਦੇ ਹੋ? ਉਹਨਾਂ ਦਾ ਕੋਈ ਪਤਾ ਨਹੀਂ, ਫਿਰਦੇ ਤੁਰਦੇ ਹੀ ਰਹਿੰਦੇ ਨੇ। ਅਜੀਬ ਗੱਲ ਹੈ, ਉਹਨਾਂ ਦਾ ਪਤਾ ਕੋਈ ਨਹੀਂ। ਇਹੋ ਜਵਾਬ ਰਸਾਲੇ ਦੇ ਐਡੀਟਰ ਨੇ ਲਿਖ ਭੇਜਿਆ ਸੀ। ਫਿਰ ਵੀ ਰਸਾਲੇ ਉਹਨਾਂ ਨੂੰ ਮਿਲਦੇ ਤੇ ਉਹ ਆਪਣੇ ਮਿੱਤਰਾਂ ਦੋਸਤਾਂ ਨੂੰ ਮਿਲਦੇ ਗਿਲਦੇ ਨੇ। ਗੁੱਸਾ ਕੁੜੀ ਦੇ ਮੂੰਹ ਨੂੰ ਲਾਲ ਕਰ ਰਿਹਾ ਸੀ, ਪਰ ਛੇਤੀ ਉਹਨੇ ਆਪਣੇ ਆਪ ਨੂੰ ਕਾਬੂ 'ਚ ਕਰ ਲਿਆ ਤੇ ਬੋਲੀ, ਅਪ੍ਰੈਲ ਦਾ ਪਰਚਾ ਤੁਸੀਂ ਵੇਖਿਆ? ਹਾਂਜੀ। ਉਹਦੀ ਪਹਿਲੀ ਤਸਵੀਰ ਵੀ? ਹਾਂ, ਉਹ ਇਸੇ ਚਿੱਤਰਕਾਰ ਦੀ ਹੈ। ਇੱਕ ਸੋਹਣੀ ਕੁੜੀ, ਅੱਧ ਕੱਜੀ, ਹੱਥ ਵਿੱਚ ਕਾਸਾ, ਪੈਰ ਨੰਗੇ, ਵਾਲ ਖਿਲਰੇ, ਅੱਖਾਂ ਬੰਦ, ਇੱਕ ਵਿਸ਼ਾਲ ਮਾਰੂਥਲ ਵਿੱਚੋਂ ਦੀ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ। ਇਸ ਦਾ ਨਾਂ ਸੀ ਖਬਰੇ ਪਿਆਰ ਅੰਨੀ। ਠੀਕ ਉਹੋ ਹੀ। ਮੈਂ ਇਹਦੇ ਭਾਵ ਨੂੰ ਸਮਝ ਗਈ ਹਾਂ, ਪਰ ਇਹਦੀ ਪ੍ਰੇਰਨਾ ਕੀ ਹੋ ਸਕਦੀ ਹੈ? ਕੋਮਲ ਚਿੱਤਰਾਂ ਦਾ ਜੀਵਨ ਇੱਕ ਜਾਦੂ ਖੇਲ ਹੈ, ਪਰ ਫਿਰ ਵੀ ਹੁਨਰ ਦੀ ਪ੍ਰੇਰਨਾ ਪ੍ਰੇਮ, ਗਰੀਬੀ ਤੇ ਹਮਦਰਦੀ ਕਹੀ ਜਾ ਸਕਦੀ ਹੈ। ਕਦੇ-ਕਦੇ ਮਨ ਤੇ ਮਿੱਠੀਆਂ ਯਾਦਾਂ ਦੇ ਝਾਂਵਲੇ ਨਹੀਂ ਹੋ ਸਕਦਾ। ਪੰਜਾਬੀ ਦੇ ਨਵੇਂ ਸਾਹਿਤ ਵਿੱਚ ਚੰਬੇਲੀ ਦੀਆਂ ਕਵਿਤਾਵਾਂ ਨੂੰ ਮੈਂ ਇਸੇ ਸ਼੍ਰੇਣੀ 'ਚ ਗਿਣਦਾ, ਤੇ ਮੈਂ ਕੰਵਲ ਹੋਰਾਂ ਦੀਆਂ ਬਹੁਤੀਆਂ ਤਸਵੀਰਾਂ ਨੂੰ। ਤੁਹਾਡੇ ਕੋਲ ਇਹਦੇ ਹੱਕ ਵਿੱਚ ਕੀ ਸਬੂਤ ਹਨ? ਉਸ ਪੁੱਛਿਆ, ਤੇ ਉਹਦੇ ਪੁੱਛਣ ਦੇ ਢੰਗ ਤੋਂ ਪਤਾ ਲੱਗਦਾ ਸੀ ਕਿ ਉਹਨੂੰ ਇਸ 'ਚ ਕੋਈ ਦਿਲਚਸਪੀ ਹੈ। ਸਿਰਫ ਇੱਕੋ ਕਿ ਪਿਆਰ ਅੰਨੀ ਦੀ ਨੁਹਾਰ ਇੱਕ ਕੁੜੀ ਨਾਲ ਮਿਲਦੀ ਹੈ, ਜਿਹਨੂੰ ਤੁਸੀਂ ਜਾਣਦੇ ਹੋ। ਉਹਨੇ ਗੱਲ ਟੁੱਕਦਿਆਂ ਜਵਾਬ ਪੂਰਾ ਕਰਦਿਆਂ ਕਿਹਾ, ਜੀ ਹਾਂ, ਇਹ ਤਾਂ ਮਾਮੂਲੀ ਗੱਲ ਹੈ। ਪੂਰਬੀ ਹੁਨਰ ਵਿੱਚ ਸ਼ਕਲਾਂ ਤੇ ਉਨਾ ਜ਼ੋਰ ਨਹੀਂ ਦਿੱਤਾ ਜਾਂਦਾ ਜਿੰਨਾ ਭਾਵਾਂ ਤੇ। ਮੈਂ ਆਪ ਕਈ ਬੰਦੇ ਤੇ ਤੀਵੀਆਂ ਦੇਖੇ ਹਨ ਜੋ ਕਿਸੇ ਨਾ ਕਿਸੇ ਚਿੱਤਰਕਾਰ ਦੀਆਂ ਬਣਾਈਆਂ ਸ਼ਕਲਾਂ ਨਾਲ ਠੀਕ ਠਾਕ ਮਿਲਦੇ ਹਨ। ਮੈਂ ਸਮਝਦੀ ਹਾਂ ਚਿੱਤਰਕਾਰ। ਉਸ ਫਿਰ ਇੱਕ ਲੰਮਾ ਸਾਹ ਖਿੱਚਦਿਆਂ ਕਿਹਾ, ਪ੍ਰੇਮ ਸਭ ਕੋਮਲ ਕਿਰਤਾਂ ਦੀ ਪ੍ਰੇਰਨਾ ਹੈ ਨਾ? ਹਾਂਜੀ। ਐਤਕੀ ਚਿੱਤਰਕਾਰ ਨੇ ਵੀ ਇੱਕ ਠੰਡਾ ਸਾਹ ਖਿੱਚਦਿਆਂ ਕਿਹਾ, ਤੇ ਉਸ ਕੁੜੀ ਨੇ ਤਾੜ ਲਿਆ ਕਿ ਇਹਦੇ ਅੰਦਰ ਵੀ ਸਮੁੰਦਰ ਦੇ ਉਛਾਲੇ ਹਨ, ਜਿਹਨੂੰ ਕਿ ਉਹ ਛਾਤੀ 'ਚ ਕਾਬੂ ਰੱਖਣ ਦਾ ਬਹੁਤ ਯਤਨ ਕਰ ਰਿਹਾ। ਇੱਕਦਮ ਕੁੜੀ ਦੀਆਂ ਅੱਖਾਂ ਬੌਂਦਲ ਜੀਆਂ ਗਈਆਂ। ਉਸ ਤੇ ਨੀਂਦ ਦਾ ਅਸਰ ਜਾਪਣ ਲੱਗਾ ਤੇ ਉਹ ਇਉਂ ਆਪ ਮੁਹਾਰੀ ਗੱਲਾਂ ਕਰਨ ਲੱਗੀ ਜਿਵੇਂ ਕੋਈ ਬੜਾਉਂਦਾ ਹੋਵੇ। ਮੈਂ ਵੀ ਪਿਆਰ ਕੀਤਾ ਹੈ ਚਿੱਤਰਕਾਰ, ਇੱਕ ਚਿੱਤਰਕਾਰ ਨੂੰ। ਉਹ ਸਾਡਾ ਗੁਆਂਢੀ ਸੀ, ਗਰੀਬ ਸੀ। ਪਿਤਾ ਜੀ ਦੇ ਹੰਕਾਰ ਨੇ ਉਹ ਅਮੋਲ ਹੀਰਾ ਗਵਾ ਦਿੱਤਾ। ਉਹ ਵੀ ਪਸ਼ਚਾਤਾਪ ਕਰਕੇ ਉਹਨੂੰ ਢੂੰਡਦੇ ਸਵਰਗਵਾਸ ਹੋ ਗਏ। ਇਹ ਸੌਖੇ ਕੰਮ ਦਾ ਹੁਣ ਮੈਂ ਬੀੜਾ ਚੁੱਕਿਆ। ਮੈਂ ਇਕੱਲੀ ਹਾਂ। ਕੀ ਹਨ ਲੱਖਾਂ ਰੁਪਈਏ ਉਸ ਬਿਨਾਂ, ਉਸ ਜੀਵਨ ਬਸੰਤ ਬਿਨਾਂ? ਕੀ ਚਿੱਤਰਕਾਰ ਇੰਨੇ ਪੱਥਰ ਦਿਲ ਹੋ ਸਕਦੇ ਹਨ? ਚੰਬੇਲੀ ਦੇ ਬਿਰਹੋਂ ਗੀਤ ਵੀ ਉਸ ਭੌਰ ਨੂੰ ਖਿੱਚ ਨਾ ਪਾ ਸਕੇ। ਇਹ ਸਵੈ ਸਤਕਾਰ ਹੈ ਕਿ ਜ਼ੁਲਮ ਹੈ? ਇਹ ਦੇਸ਼ ਸੇਵਾ ਹੈ ਕਿ ਪਾਪ ਹੈ? ਉਹ ਬਿਲਕੁਲ ਸ਼ੁਦੈਨ ਜਾਪਦੀ ਸੀ। ਉਹਨੂੰ ਪਤਾ ਨਹੀਂ ਸੀ ਕਿ ਇਹਨਾਂ ਗੱਲਾਂ ਦਾ ਨੌਜਵਾਨ ਤੇ ਕੀ ਅਸਰ ਹੋਇਆ। ਉਹਨੂੰ ਤਾਂ ਆਪ ਨੂੰ ਇਹ ਪਤਾ ਨਹੀਂ ਸੀ ਕਿ ਉਹ ਬੇਹੋਸ਼ੀ 'ਚ ਕੀ ਕੁਝ ਬਕ ਗਈ। ਉਹਨੇ ਨਹੀਂ ਦੇਖਿਆ ਸੀ ਕਿ ਚਿੱਤਰਕਾਰ ਨੇ ਅੱਖਾਂ ਤੇ ਕਾਲੀ ਐਨਕ ਲਾ ਲਈ ਹੈ ਤੇ ਹੁਣ ਬਾਰੀ ਤੋਂ ਬਾਹਰ ਬੜੀ ਬੇਚੈਨੀ ਨਾਲ ਵੇਖ ਰਿਹਾ। ਕੁੜੀ ਆਪਣੇ ਆਪ 'ਚ ਆ ਰਹੀ ਸੀ ਤੇ ਹੁਣ ਆਪਣੀ ਮੂਰਖਤਾ ਤੇ ਸ਼ਰਮਸਾਰ ਜਾਪਦੀ ਸੀ। ਚਿੱਤਰਕਾਰ ਨੇ ਘਬਰਾ ਕੇ ਅੰਦਰ ਤੱਕਿਆ। ਉਹਦੇ ਵਾਲਾਂ ਨੇ ਮੱਥੇ ਦੇ ਤੇ ਜ਼ਖਮ ਦਾ ਨਿਸ਼ਾਨ ਲੁਕਾ ਲਿਆ ਸੀ
ਤੇ ਉਹਦੀ ਸੁਰਤ ਵਾਂਗ ਖਿਲਰੇ ਹੋਏ ਸਨ। ਗੱਡੀ ਖਲੋ ਗਈ, ਦੋਹਾਂ ਪਾਸਿਆਂ ਤੋਂ ਚੁੱਪ ਰਹੀ। ਹੁਣ ਗੱਡੀ ਤੁਰਨ ਲਈ ਤਿਆਰ ਸੀ। ਤੁਸੀਂ ਤਕੜੇ ਨਹੀਂ ਜਾਪਦੇ, ਮੈਂ ਚਾਹ ਦੀ ਇੱਕ ਪਿਆਲੀ ਲਿਆਵਾਂ? ਜਵਾਨ ਨੇ ਕੁੜੀ ਦੇ ਬਰਫ਼ ਵਰਗੇ ਚਿਹਰੇ ਨੂੰ ਤੱਕਦਿਆਂ ਕਿਹਾ। ਨਹੀਂ, ਮੈਂ ਚਾਹ ਨਹੀਂ ਪੀਂਦੀ ਹੁੰਦੀ, ਮਿਹਰਬਾਨੀ। ਇਸ ਹਾਲਤ 'ਚ ਮੈਂ ਤੁਹਾਨੂੰ ਜ਼ਰੂਰ ਪੀਣ ਲਈ ਜ਼ੋਰ ਦਿਆਂਗਾ। ਉਹ ਦਰਵਾਜ਼ਾ ਖੋਲ੍ਹ ਕੇ ਸਟੇਸ਼ਨ 'ਤੇ ਉਤਰ ਗਿਆ। ਥੋੜ੍ਹੇ ਚਿਰ ਮਗਰੋਂ ਗੱਡੀ ਨੇ ਚੀਖ ਮਾਰੀ ਤੇ ਤੁਰ ਪਈ। ਕੁੜੀ ਨੇ ਬਾਹਰ ਦੇਖਿਆ। ਉਹ ਜਵਾਨ ਸਟੇਸ਼ਨ ਦੇ ਬੂਹੇ ਵੱਲ ਨੱਠਾ ਜਾ ਰਿਹਾ ਸੀ। ਕੁੜੀ ਅੰਦਰ ਦੌੜੀ। ਜ਼ੰਜੀਰ ਖਿੱਚਦਿਆਂ ਹੀ ਬ੍ਰੇਕ ਦੀ ਟੀ ਨਾਲ ਇੰਜਨ ਫੱਕ ਸ਼ੂੰ ਕਰਕੇ ਖਲੋ ਗਿਆ। ਗਾਰਡ ਉਸ ਕਮਰੇ ਵੱਲ ਨੱਸਾ ਆਇਆ। ਕੁੜੀ ਉਸ ਵੱਲ ਨੋਟਾਂ ਦੀ ਇੱਕ ਥਈ ਸੁੱਟ ਕੇ ਸਟੇਸ਼ਨ ਨੂੰ ਉੱਠ ਨੱਠੀ। ਗਾਰਡ ਹੱਕਾ ਬੱਕਾ ਰਹਿ ਗਿਆ। ਰਕਮ 50 ਤੋਂ ਕਿਤੇ ਬਹੁਤੀ ਸੀ। ਧੜਾਮਦੀ ਆਵਾਜ਼ ਨੇ ਗਾਰਡ ਦੀ ਨਜ਼ਰ ਫੇਰ ਉਸ ਪਾਸੇ ਖਿੱਚ ਲਈ। ਕੁੜੀ ਠੇਡਾ ਖਾ ਕੇ ਪੱਥਰਾਂ ਤੇ ਡਿੱਗ ਪਈ ਸੀ। ਉਹਦੀ ਮਦਦ ਕਰਨ ਲਈ ਦੌੜਿਆ, ਪਰ ਕੁੜੀ ਬਿਜਲੀ ਵਰਗੀ ਫੁਰਤੀ ਨਾਲ ਫੇਰ ਉੱਠ ਕੇ ਭੱਜੀ ਜਾ ਰਹੀ ਸੀ। ਉਹਦੇ ਵਾਲ ਖਿਲਰੇ ਹੋਏ ਸਨ। ਉਹਦੀਆਂ ਅਰਕਾਂ ਲਹੂ ਨਾਲ ਚੋ ਰਹੀਆਂ ਸਨ। ਉਹਦੀ ਸਾੜੀ ਦਾ ਸਿਰ ਵਾਲਾ ਲੜ ਪਿੱਛੇ ਘਸੀਟਿਆ ਜਾ ਰਿਹਾ ਸੀ। ਉਹ ਇਸ ਤਰ੍ਹਾਂ ਨੱਸੀ ਜਾ ਰਹੀ ਸੀ ਜਿਵੇਂ ਕੋਈ ਆਪਣੀ ਜਾਨ ਬਚਾਉਣ ਲਈ ਨੱਸ ਰਿਹਾ ਹੋਵੇ। ਸਟੇਸ਼ਨ ਤੇ ਪਹੁੰਚ ਕੇ ਉਸ ਬਸੰਤ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸਟੇਸ਼ਨ ਤੇ ਬਾਬੂ ਉਹਦੀ ਹਾਲਤ ਦੇਖ ਕੇ ਸਿੱਥਲ ਜਿਹੇ ਹੋ ਗਏ। ਟਿਕਟ ਕਲੈਕਟਰ ਕੋਲੋਂ ਵੀ ਉਹਦੀ ਟਿਕਟ ਪੁੱਛਣ ਦੀ ਹਿੰਮਤ ਨਾ ਪਈ। ਉਹਨੇ ਪਤਾ ਨਹੀਂ ਕਿਉਂ ਟਾਂਗਿਆਂ ਦੇ ਅੱਡੇ ਵੱਲ ਉਂਗਲ ਕਰ ਦਿੱਤੀ। ਕੁੜੀ ਹੌਂਕਦੀ ਹੋਈ ਸਾਹਮਣੇ ਅੱਡੇ ਤੇ ਪਹੁੰਚੀ। ਕੋਈ ਖੱਦਰਪੋਸ਼ ਇੱਧਰ ਆਇਆ ਹੈ? ਉਸ ਕੁੜੀ ਨੇ ਸਾਹ ਦੀ ਤੰਗੀ ਨਾਲ ਪੁੱਛਿਆ। ਹਾਂ ਬੀਬੀ ਜੀ, ਹੁਣੇ ਸ਼ਹਿਰ ਨੂੰ ਟਾਂਗਾ ਭਜਾ ਕੇ ਲੈ ਗਿਆ। ਇੱਕ ਟਾਂਗੇ ਵਾਲੇ ਨੇ ਉਹਨੂੰ ਚੋਰ ਸਮਝਦਿਆਂ ਕਿਹਾ। ਜਲਦੀ ਪਿੱਛੇ। ਉਹਨੇ ਟਾਂਗੇ ਤੇ ਚੜ੍ਹਦਿਆਂ ਆਗਿਆ ਦਿੱਤੀ ਤੇ ਆਪ ਸੀਟ ਤੇ ਲੁੜਕ ਗਈ। ਧੰਨਵਾਦ। ਕਹਾਣੀ ਹੈ ਭੁਲੇਖਾ, ਪਹਿਲਾ ਅੰਗ। ਕੜਾਣੇ ਪਹਾੜੀ ਦੇ ਦੁਆਲੇ ਖੁਸ਼ਕ ਪਹਾੜੀਆਂ ਦੀ ਇੱਕ ਲੜੀ ਹੈ ਜੋ ਸਰਗੋਧਿਓਂ ਚਨਾ ਤੇ ਚਨਿਓਟ ਤੀਕ ਚਲੀ ਗਈ ਹੈ। ਚਨਾਓ ਪਾਰਲੀਆਂ ਪਹਾੜੀਆਂ ਵਿੱਚੋਂ ਕਿਸੇ ਇੱਕ ਦੇ ਪੈਰਾਂ ਵਿੱਚ ਉਹਦਾ ਸਹੁਰਾ ਪਿੰਡ ਸੀ। ਪਰ ਉਹ ਇਨੀ ਦਿਨੀ ਉਹ ਆਪਣੇ ਸਹੁਰੇ ਗਿਆ ਹੋਇਆ ਸੀ। ਉਹਦੇ ਸੰਬੰਧੀਆਂ ਵਿੱਚੋਂ ਕਿਸੇ ਦਾ ਵਿਆਹ ਸੀ। ਉਹ ਸੋਚਿਆ ਕਿ ਨਾਲੇ ਸਹੁਰੇ ਹੋਰਾਂ ਨੂੰ ਮਿਲ ਆਵਾਂਗੇ। ਉਹਦਾ ਸਹੁਰਾ ਬਹੁਤ ਚਿਰ ਮਗਰੋਂ ਬਾਹਰੋਂ ਆਇਆ ਸੀ, ਨਾਲੇ ਵਹੁਟੀ ਨੂੰ ਵੀ ਲੈ ਆਵਾਂਗੇ। ਥੋੜ੍ਹਾ ਚਿਰ ਹੋਇਆ ਉਹਦੇ ਘਰ ਪਹਿਲਾ ਕਾਕਾ ਹੋਇਆ ਸੀ। ਉਹਨੂੰ ਵੇਖਣ ਦਾ ਚਾਅ ਵੀ ਉਹਦੇ ਦਿਲ 'ਚ ਕੋਈ ਘੱਟ ਨਹੀਂ ਸੀ। ਸਟੇਸ਼ਨੋਂ ਪਿੰਡ ਕੋਈ ਕੋਹ ਵਾਟ ਹੈ। ਗੱਡੀਆਂ ਉਤਰਦਿਆਂ ਉਸ ਇੱਕ ਜਵਾਨ ਨੂੰ ਸ਼ਹਿਰੀ ਲਿਬਾਸ ਵਿੱਚ ਘੋੜੇ ਨੂੰ ਲਗਾਮੋਂ ਫੜੀ ਖਲੋਤਾ ਡਿੱਠਾ। ਜਵਾਨ ਨੇ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ ਤੇ ਉੱਤਰ ਮਿਲਣ ਤੋਂ ਪਹਿਲਾਂ ਹੀ ਮੁਸਕਰਾਉਂਦਿਆਂ ਬੋਲਿਆ, ਆ ਹੀ ਗਏ ਨਾ ਫਿਰ? ਆ ਗਏ। ਉਸ ਨੂੰ ਬਿਨਾਂ ਪਛਾਣਿਆ ਉੱਤਰ ਦਿੱਤਾ। ਭੈਣ ਜੀ ਕਹਿੰਦੇ ਸਨ ਅੱਜ ਦੀ ਉਡੀਕ ਹੈ, ਤਾਈਓ ਤੇ ਮੈਂ ਘੋੜਾ ਲੈ ਕੇ ਆਇਆ। ਇਹ ਗੱਲ ਉਸ ਫੇਰ ਬੁੱਲਾਂ 'ਚ ਹੱਸਦਿਆਂ ਕੀਤੀ। ਪ੍ਰਾਹੁਣੇ ਦੇ ਗੰਭੀਰ ਚਿਹਰੇ ਤੇ ਵੀ ਮੁਸਕਰਾਹਟ ਆਈ। ਇੰਨੇ ਨੂੰ ਜਵਾਨ ਨੇ ਪਰਲੇ ਪਾਸੇ ਹੋ ਕੇ ਘੋੜੇ ਦੀ ਰਕਾਬ ਤੇ ਭਾਰ ਪਾਉਂਦਿਆਂ ਆਖਿਆ, ਲਓ ਹੁਣ ਉੱਤੇ ਚੜੋ, ਘਰ ਚੱਲ ਕੇ ਬਾਕੀ ਗੱਲਾਂ ਕਰਾਂਗੇ। ਮਾਸੀ ਜੀ ਰਾਜ਼ੀ ਸਨ ਨਾ? ਸੱਚ? ਰਾਜ਼ੀ ਬਾਜ਼ੀ, ਉਸ ਕਿਹਾ, ਤੇ ਘੋੜੇ ਤੇ ਤੁਸੀਂ ਚੜ੍ਹ ਬੈਠੋ। ਮੈਂ ਤੇ ਸ਼ਹਿਰ ਵੀ ਬਥੇਰਾ ਤੁਰ ਫਿਰ ਲੈਣਾ, ਨਾਲੇ ਕਿਹੜਾ ਦੂਰ ਹੈ ਪਿੰਡ? ਇਹ ਤੇ ਹੈ। ਇਹ ਕਦੇ ਹੋ ਸਕਦਾ? ਅੱਛਾ, ਦੋਵੇਂ ਤੁਰੀ ਚੱਲਨੇ ਆ। ਰਾਹ 'ਚ ਕੋਈ ਗੱਲਬਾਤ ਨਾ ਹੋਈ। ਪਤਾ ਨਹੀਂ ਇਹਦਾ ਕੀ ਕਾਰਨ ਸੀ। ਪ੍ਰਾਹੁਣਾ ਸੋਚਦਾ ਗਿਆ ਵੀ ਇਹ ਜਵਾਨ ਹੈ ਕੌਣ? ਵਿਆਹ ਤੋਂ ਲੈ ਕੇ ਅੱਜ ਤੱਕ ਉਸ ਕਦੀ ਇਹਦੀ ਸ਼ਕਲ ਨਹੀਂ ਸੀ ਵੇਖੀ। ਹੈ ਵੀ ਸੀ ਬਾਂਕਾ ਸ਼ੂੰਕਾ। ਨੀਲੇ ਬਲੇਜ਼ਰ ਕੋਟ ਵਿੱਚੋਂ ਉਹਦੀ ਸਡੌਲਤਾ ਫੁੱਟ ਪੈਂਦੀ ਸੀ। ਆਂਡਾ ਬੂਸਕੀ ਦੀ ਕਮੀਜ਼ ਗੋਡਿਆਂ ਤੱਕ ਪਲਮਦੀ ਸੀ। ਚਾਬੀ ਦੇ ਲੱਠੇ ਦੀ ਸਲਵਾਰ ਦਾ ਸਲੇਟੀ ਰੇਸ਼ਮੀ ਨਾਲਾ ਕਮੀਜ਼ ਦੀ ਵੱਖੀਆਂ ਵਾਲੇ ਕੌਚ ਵਿੱਚੋਂ ਝਾਤੀ ਮਾਰਦਾ ਸੀ। ਸਿਰ ਬਲੰਬਰੀ ਪੱਗ ਸੀ ਜਿਹਦਾ ਪਿਛਲਾ ਲੜ ਅੱਧ ਵਿੱਚੋਂ ਮਰੋੜ ਕੇ ਪੱਗ ਵਿੱਚ ਦਿੱਤਾ ਹੋਇਆ ਸੀ ਤੇ ਉੱਥੋਂ ਮੌਰ ਛਲ ਵਾਂਗ ਉਤਾਂਹ ਨੂੰ ਖਿਲ ਰਿਹਾ ਹੋਇਆ ਸੀ। ਨਿੱਕੀ ਨਿੱਕੀ ਦਾੜੀ ਤੇ ਨਿੱਕੀਆਂ ਮੁੱਛਾਂ ਸਾਫ਼ ਪਤਾ ਦਿੰਦੀਆਂ ਸਨ ਕਿ ਇਹ ਜਵਾਨ ਮਸਾਂ 20 ਵਰ੍ਹਿਆਂ ਤੋਂ ਟੱਪਿਆ ਹੋਏਗਾ। ਰੰਗ ਜੇ ਗੋਰਾ ਨਹੀਂ ਤੇ ਕਾਲਾ ਵੀ ਨਹੀਂ ਸੀ। ਵੱਡੀਆਂ ਕਾਲੀਆਂ ਅੱਖਾਂ ਲੰਘ ਗਈ ਚੀਜ਼ ਨੂੰ ਮੁੜ ਕੇ ਵੇਖਦੀਆਂ ਸਨ, ਪਰ ਦੂਰੋਂ ਆਉਣ ਵਾਲੀ ਨੂੰ ਦੇਖਣੋਂ ਉੱਕੀਆਂ ਅਸਮਰਥ ਜਾਪਦੀਆਂ ਸਨ। ਉਹਨੇ ਘਰ ਵੜਦਿਆਂ ਸੱਸ ਰਾਣੀ ਨੂੰ ਪੀੜ੍ਹੀ ਤੇ ਬੈਠ ਕੇ ਧੁੱਪ ਸੇਕਦਿਆਂ ਦੇਖਿਆ। ਮੱਥਾ ਟੇਕਣਾ ਬੀਬੀ ਜੀ? ਉਹਨੇ ਕੁਝ ਸੰਗਦਿਆਂ ਕਿਹਾ। ਸੱਸ ਨੇ ਅਸੀਸ ਦਿੱਤੀ ਤੇ ਪੀੜ੍ਹੀ ਤੇ ਖਲੋਤਿਆਂ ਪਿਆਰ ਵਾਲਾ ਹੱਥ ਸਿਰ ਤੇ ਫੇਰਿਆ ਤੇ ਬੋਲੀ, ਮਾਂ ਤਕੜੀ ਸੀ? ਤੇ ਬਿਨਾਂ ਕੁਝ ਸੁਣਿਆ ਤੇ ਹੋਰ ਮਹਿਣ, ਜੀ ਆਇਆਂ ਨੂੰ ਕਾਕਾ, ਜੰਮ ਆ, ਮੈਂ ਵਾਰੀ।
ਵਿਚਕਾਰਲੀ ਸਾਲੀ ਇੱਕ ਬਾਲ ਲੈ ਕੇ ਬਾਹਰ ਨਿਕਲੀ। ਨੀਵੀਆਂ ਅੱਖਾਂ ਨਾਲ ਸਤਿ ਸ੍ਰੀ ਅਕਾਲ ਕਹਿ ਕੇ ਪਾਸੇ ਖੜੋ ਗਈ। ਸੱਸ ਬੋਲੀ, ਸਵਰਨ ਅੰਦਰ ਹੈ, ਛੱਡ ਨੀ ਤੂੰ ਨਿੱਕੀਏ ਚਰਖੇ ਨੂੰ ਪਰੇ, ਭਾ ਨੂੰ ਚਾਹ ਬਣਾ ਕੇ ਪਿਲਾ। ਉਸ ਅੰਦਰ ਵੱਲ ਡਿੱਠਾ। ਇੱਕ ਲਹਿਰੀਆ ਚੁੰਨੀ ਦਾ ਲੜ ਬੂਹੇ ਕੋਲੋਂ ਹਿੱਲ ਕੇ ਅੰਦਰ ਨੂੰ ਹੋ ਗਿਆ। ਚਾਈ ਚਾਈ ਅੰਦਰ ਵੜਿਆ। ਸਵਰਨ ਮੰਜੇ ਤੇ ਬੈਠੀ ਆਪਣੇ ਨਾਂ ਵਰਗੀਆਂ ਨਿਖੜ ਕੇ ਗੱਲਾਂ ਤੇ ਡਿੱਗਦੀਆਂ ਲਿਟਾਂ ਨੂੰ ਉਂਗਲਾਂ ਤੇ ਵਲੇਟੀ ਜਾਂਦੀ ਸੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਉਸ ਸਿਰ ਤੋਂ ਖਿਸਕਦੀ ਚੁੰਨੀ ਨੂੰ ਸੰਭਾਲਦਿਆਂ ਕਿਹਾ। ਸਵਰਨ ਰਾਜੀ? ਹਾਂਜੀ। ਉਸ ਕੁਝ ਨਿਹੋਰੇ ਨਾਲ ਕਿਹਾ। ਕੀ ਗੱਲ ਹੈ? ਉਸ ਕੁਝ ਕਾਹਲੇ ਪੈ ਕੇ ਪੁੱਛਿਆ। ਸਵਰਨ ਮੁਸਕਰਾ ਪਈ ਤੇ ਛੇਤੀ ਨਾਲ ਆਖਿਆ, ਕੁਝ ਨਹੀਂ ਜੀ, ਮਿੰਦਰੋ ਇੱਧਰ ਆਈ। ਝੱਟ ਮਿੰਦਰੋ ਕਾਕਾ ਚੁੱਕੀ ਅੰਦਰ ਵੜੀ। ਸਵਰਨ ਲਾਡ 'ਚ ਬੋਲੀ, ਬੜਾ ਯਾਦ ਕਰਦਾ ਸੀ ਕਾਕਾ ਤੁਹਾਨੂੰ। ਲਿਆ ਮਿੰਦੋ ਕਾਕਾ ਵਿਖਾ। ਆਹੋ ਕਾਕਾ ਦਿਖਾਓ ਇਹਨਾਂ ਨੂੰ। ਆਹ ਮੂੰਹ ਤੇ ਮਸਰਾਂ ਦੀ ਦਾਲ। ਮਿੰਦੋ ਨੇ ਸ਼ਹਿਰੀਆਂ ਦੀ ਬੋਲੀ ਨਕਲ ਕਰਦਿਆਂ ਆਖਿਆ। 3 ਮਹੀਨੇ ਬਾਅਦ ਨਹੀਂ ਪੁੱਛੀ, ਹੁਣ ਬਣ ਗਏ ਨੇ ਕਾਕੇ ਵਾਲੇ ਵੱਡੇ। ਬਸ ਨਹੀਂ ਮਿੰਦੋ। ਚੁੜੇਲ। ਬੂਹੇ ਵੜਦਿਆਂ ਉਸ ਨੌਜਵਾਨ ਨੇ ਆਖਿਆ ਜੋ ਘੋੜਾ ਕੰਮੀ ਨੂੰ ਫੜਾ ਕੇ ਬਾਹਰ ਇੱਕ ਮੁਜਾਰੇ ਨਾਲ ਗੱਲਾਂ ਕਰਦਾ ਰਿਹਾ ਸੀ। ਭਾਗ ਦੂਸਰਾ। ਉਹ ਪੱਧਰਾਂ ਕੋਲੋਂ ਉਚਾਣਾਂ ਨੂੰ ਚੰਗਾ ਗਿਣਦਾ ਸੀ। ਉਚਾਈਆਂ ਤੋਂ ਦੁਨੀਆ ਕਿੱਡੀ ਖੁੱਲ੍ਹੀ ਤੇ ਸੋਹਣੀ ਜਾਪਦੀ ਹੈ। ਕਦੇ ਕਦੇ ਉਹ ਸੋਚਦਾ ਕਿ ਰੱਬ ਨੇ ਬੰਦੇ ਨੂੰ ਪਰ ਕਿਉਂ ਨਾ ਲਾ ਦਿੱਤੇ ਤਾਂ ਜੋ ਇਹ ਹਰ ਵੇਲੇ ਉਡਾਰੀਆਂ ਲਾਉਂਦਾ ਰਹਿੰਦਾ। ਇਸੇ ਕਰਕੇ ਕਈ ਪੇਂਡੂ ਦਿਨ 'ਚ 1-2 ਵਾਰੀ ਉਹਨੂੰ ਸੁੱਕੀਆਂ ਪਹਾੜੀਆਂ ਦੀਆਂ ਪਥਰੀਲੀਆਂ ਵੱਖੀਆਂ ਤੇ ਲੰਮੀਆਂ ਲੰਮੀਆਂ ਉਲਾਂਘਾਂ ਮਾਰ ਕੇ ਚੜ੍ਹਦਿਆਂ ਦੇਖਦੇ ਸਨ। ਉੱਚੀਆਂ ਥਾਵਾਂ ਰੱਬ ਨੇ ਦੁਨੀਆ ਤੋਂ ਛੁਟਕਾਰੇ ਲਈ ਬਣਾਈਆਂ ਨੇ ਤੇ ਹਰਿਆਵਲ ਕੋਮਲ ਰੂਹਾਂ ਦੇ ਖਲਿਆਰ ਲਈ। ਉਹ ਕਹਿੰਦਾ। ਉਸ ਪਹਾੜੀ ਦੇ ਉੱਤੇ ਉਹਨੇ ਇੱਕ ਕੁਰਸੀ ਜੀ ਲੱਭੀ ਹੋਈ ਸੀ ਜਿਸ ਤੇ ਬੈਠ ਕੇ ਉਹ ਚਾਰ ਚੁਫੇਰਾ ਦੇਖਦਾ ਤੇ ਕਈ ਵਾਰੀ ਖਿਆਲਾਂ 'ਚ ਇੰਨਾ ਖਚਤ ਹੋ ਜਾਂਦਾ ਕਿ ਸਰੀਰ ਦੀ ਵੀ ਹੋਸ਼ ਭੁਲਾ ਬੈਠਦਾ। ਇੱਕ ਦਿਨ ਸੂਰਜ ਡੁੱਬਣ ਤੋਂ ਢੇਰ ਚਿਰ ਪਹਿਲਾਂ ਜਦੋਂ ਜਾਗਦੇ ਸੁਪਨੇ ਦੇਖ ਰਿਹਾ ਸੀ, ਮੈਦਾਨ ਦੀ ਅਹਿਲ ਕੁਦਰਤ ਵਿੱਚੋਂ ਉਹਨੂੰ 2 ਕਾਲੇ ਨਿਸ਼ਾਨ ਹਿਲਦੇ ਨਜ਼ਰ ਆਏ। ਜਦੋਂ ਮਨ ਕਿਸੇ ਖਿਆਲ 'ਚ ਮਸਤ ਹੁੰਦਾ ਤੇ ਅੱਖਾਂ ਸਾਰੇ ਆਲੇ ਦੁਆਲੇ ਨੂੰ ਇੱਕੋ ਸ਼ੈ ਵਾਂਗ ਤੱਕਦੀਆਂ ਹਨ, ਉਦੋਂ ਆਲੇ ਦੁਆਲੇ ਵਿੱਚੋਂ ਇੱਕ ਤਿੜ ਵੀ ਹਿੱਲ ਕੇ ਉਸ ਸਵਾਦ ਨੂੰ ਗਵਾ ਸਕਦੀ ਹੈ। ਹੌਲੀ ਹੌਲੀ ਉਹ ਦੋਵੇਂ ਨਿਸ਼ਾਨ ਪਹਾੜੀ ਦੇ ਪੈਰਾਂ ਵੱਲ ਨੂੰ ਆਉਂਦੇ ਗਏ ਤੇ ਅਨੁਮਾਨ ਤੋਂ ਪਤਾ ਲੱਗਣ ਲੱਗਾ ਕਿ ਮਨੁੱਖੀ ਸ਼ਕਲਾਂ ਹਨ ਜੋ ਦੂਰੋਂ ਕਾਲੇ ਧੱਬੇ ਮਾਲੂਮ ਹੁੰਦੇ ਸਨ। ਕੁਝ ਹੋਰ ਕੋਲ ਆਇਆ ਸਾਫ਼ ਪ੍ਰਤੀਤ ਹੋਣ ਲੱਗਾ ਇੱਕ ਗੱਭਰੂ ਤੇ ਇੱਕ ਤੀਵੀਂ। ਪਰ ਇਸ ਉਚਾਈ ਤੋਂ ਇਹ ਪਤਾ ਲਾਉਣਾ ਉਸ ਲਈ ਬੜਾ ਔਖਾ ਸੀ ਕਿ ਇਹ ਹਨ ਕੌਣ। ਇਸ਼ਾਰਿਆਂ ਤੋਂ ਪਤਾ ਚੱਲਦਾ ਸੀ ਕਿ ਉਹ ਕੁਝ ਗੱਲਾਂ ਕਰਦੇ ਹਨ, ਪਰ ਕੰਨ ਏਡੀ ਦੂਰ ਮਾਰ ਨਹੀਂ ਸਨ ਕਰਦੇ। ਪਹਾੜੀ ਵਾਲੇ ਖਾਲ ਕੰਢੇ ਉਹ ਢੇਰ ਚਿਰ ਖੜੋਤੇ ਰਹੇ। ਗੱਲਾਂ ਉਸੇ ਤਰ੍ਹਾਂ ਜਾਰੀ ਰਹੀਆਂ। ਕਿਸੇ ਜੱਟ ਦੀ ਉੱਚੀ ਆਵਾਜ਼ ਪਹਾੜੀਆਂ 'ਚ ਗੂੰਜੀ, ਕਿਹੜਾ ਈ ਉਹ? ਸਾਹਮਣੀਆਂ ਪੈਲੀਆਂ ਵਿੱਚੋਂ ਇੱਕ ਮਨੁੱਖ ਗੰਨੇ ਭੰਨਣੋਂ ਹਟ ਗਿਆ। ਇਹ ਦੋਵੇਂ ਗੱਲਾਂ ਕਰਨ ਵਾਲੇ ਵੀ ਠੰਬਰ ਗਏ। ਅੰਤ ਥੋੜ੍ਹੇ ਚਿਰ ਮਗਰੋਂ ਦੋਵੇਂ ਇੱਕ ਦੂਜੇ ਦੇ ਬਹੁਤ ਕੋਲ ਹੋ ਗਏ। ਇੱਦਾਂ ਜਾਪਿਆ ਜਿਵੇਂ ਇੱਕ ਦੂਜੇ ਦੇ ਕੰਨ 'ਚ ਨਿਉਂ ਕੇ ਕੋਈ ਗੱਲ ਕਹੀ। ਝਟਪਟ ਵੱਖ ਹੋਏ। ਇਸਤਰੀ ਪਿੰਡ ਨੂੰ ਤੇ ਮਰਦ ਮੁਰੱਬਿਆਂ ਵੱਲ ਨੂੰ ਮੁੜਿਆ। ਚੋਰ ਨੇ ਕਿ ਯਾਰ? ਇਹ ਉਹਨੂੰ ਪੂਰਾ ਪਤਾ ਨਾ ਲੱਗਾ। ਚਿੱਤ ਨੂੰ 75 ਹੀ ਲੱਗ ਗਈ। ਬਿਨ ਸੋਚਿਆ ਸੀਟੀ ਵਿੱਚ ਗਾਉਣ ਲੱਗਾ। ਝੰਗ ਸਿਆਲੀ ਇਸ਼ਕ ਵਕੇਂਦਾ 6 ਮਾਸੇ 9 ਰਤੀਆਂ। ਝੰਗ ਕਿੱਥੇ ਤੇ ਪਿੰਡ ਕਿੱਥੇ? ਦਿਮਾਗ ਨੇ ਕਿਹਾ, ਪਰ ਹੈ ਤਾਂ ਝਨਾ ਦੇ ਲਾਗੇ। ਦਿਲ ਨੇ ਉੱਤਰ ਦਿੱਤਾ, ਜ਼ਰੂਰ ਪ੍ਰੇਮੀ ਨੇ। ਰਾਤ ਚੱਕਵੇ ਨੂੰ ਇਸੇ ਤਰ੍ਹਾਂ ਵਿਛੋੜਦੀ ਹੋਏਗੀ। ਅਸੀਂ ਹਰਨਾਂ ਦੀ ਜੋੜੀ ਨੂੰ ਕਿਉਂ ਡਰਾਈਏ? ਪਰ ਪਤਾ ਤੇ ਕਰੀਏ ਕੌਣ ਨੇ। ਛੱਡ ਪਰੇ, ਕੀ ਲੈਣਾ ਘੋਖਾਂ ਘੋਖ ਕੇ। ਨਹੀਂ ਯਾਰ, ਕੀ ਡਰ ਹੈ? ਕੱਲ ਸਹੀ ਪਤਾ ਕਰਾਂਗੇ। ਰਾਤ ਪੈਂਦੀ ਜਾਂਦੀ ਹੈ। ਮੈਂ ਉਤਰਾਂਗਾ ਕਿੱਦਾਂ ਇਸ ਪਹਾੜੀ ਤੋਂ? ਉਹ ਝਟਪਟ ਉੱਠਿਆ ਤੇ ਛੇਤੀ ਪਹਾੜੀ ਤੋਂ ਉਤਰਨ ਲੱਗਾ। ਕੁਝ ਚਿਰ ਮਗਰੋਂ ਘਰ ਪਹੁੰਚਾ। ਸਵਰਨ ਬੂਹੇ 'ਚ ਖੜੀ ਸੀ। ਕੀ ਬਣਦਾ ਹਜ਼ੂਰ? ਉਸ ਬੂਹੇ ਵੜਦਿਆਂ ਪੁੱਛਿਆ। ਕੁਛ ਨਹੀਂ ਜੀ, ਬਾਹਰ ਗਈ ਸੀ। ਪਹਾੜੀ ਵਾਲੇ ਖਾਲ ਕੁਝ ਤਕੜੀ ਨਹੀਂ ਰਹਿੰਦੀ ਮੈਂ। ਤੂੰ ਪਹਾੜੀ ਵਾਲੇ ਖਾਲ ਤੇ ਕਦੋਂ? 5-7 ਘੜੀਆਂ ਹੋਈਆਂ, ਸਵਰਨ ਨੇ ਸੁਭਾਵਕ ਜਵਾਬ ਦਿੱਤਾ। ਰੋਟੀ ਪੱਕੀ ਹੈ? ਉਸ ਪੁੱਛਿਆ। ਆਹੋ ਜੀ, ਅੰਦਰ ਆਓ ਨਾ, ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਕੀ? ਅੰਦਰ ਵੜਦਿਆਂ ਉਸ ਪੁੱਛਿਆ। ਕੁਛ ਨਹੀਂ, ਸਵਰਨ ਨੇ ਮੁਸਕਰਾਉਂਦਿਆਂ ਉੱਤਰ ਦਿੱਤਾ। ਭਾਗ ਤੀਸਰਾ। ਦੂਜੇ ਦਿਨ ਉੱਕਾ ਹੀ ਪਹਾੜੀ ਤੇ ਨਾ ਚੜਿਆ। ਦਿਨ ਘੜੀਆਂ ਗਿਣ ਕੇ ਮੁੱਕਿਆ। ਸ਼ਾਮਾਂ ਪਈਆਂ। ਹੌਲੀ ਕੱਪੜੇ ਪਾ ਕੇ ਉਹ ਨਿਕਲਿਆ।
ਸੱਸ ਆਖਦੀ, ਹਾਲੀ ਬੜੀ ਠੰਡ ਪੈਂਦੀ ਏ ਕਾਕਾ, ਕੱਪੜੇ ਤੇ ਭਾਰੇ ਪਾ ਜਾ। ਕੋਈ ਡਰ ਨਹੀਂ ਬੀਜੀ, ਕਹਿੰਦਾ ਕਹਿੰਦਾ ਉਹ ਹਾਤੇ ਦਾ ਬੂਹਾ ਲੰਘ ਗਿਆ। ਪਿੰਡੋਂ ਬਾਹਰ ਮੁਰੱਬਿਆਂ 'ਚ ਅੱਧਾ ਕੁ ਘੰਟਾ ਫਿਰਦਾ ਰਿਹਾ। ਕੱਲ੍ਹ ਵਾਲੇ ਵੇਲੇ ਪਹਾੜੀ ਵਾਲੇ ਖਾਲ ਤੇ ਪੁੱਜਾ। ਉੱਥੇ ਕੋਈ ਨਹੀਂ ਸੀ। ਤੋਰੀਏ ਦੀਆਂ ਪੈਲੀਆਂ ਦੀ ਵੱਟੋ ਵੱਟ ਤੁਰ ਪਿਆ। ਇੱਦਾਂ ਉਹਦੀ ਖਾਲ ਨਾਲੋਂ ਚੰਗੀ ਵਿੱਥ ਪੈ ਗਈ। ਅੱਧਾ ਕੋਹ ਟੁਰਿਆ ਗਿਆ, ਪਰ ਕੁਝ ਅਣਹੋਣਾ ਨਾ ਲੱਭਾ। ਰਾਹ 'ਚ ਇੱਕ ਵਾਗੀ ਮਿਲਿਆ ਤੇ ਹਾਕ ਮਾਰ ਕੇ ਆਖਣ ਲੱਗਾ, ਪ੍ਰਾਹੁਣਿਆ ਸੈਲੀ ਚੜਿਆ ਆ। ਆਹੋ, ਉਸ ਆਖਿਆ ਤੇ ਰਾਹ ਪਈ ਗਿਆ। ਦੂਰ ਸਾਰੇ ਜਾ ਕੇ ਮੁੜਿਆ। ਕੱਲ੍ਹ ਵਾਲੀ ਥਾਂ ਤੇ ਪੁੱਜਾ, ਪਰ ਉੱਥੇ ਕੁਛ ਨਾ। ਮੈਂ ਸ਼ੁਦਾਈ ਹਾਂ, ਉਸ ਹੌਲੀ ਹੌਲੀ ਮੂੰਹ 'ਚ ਕਿਹਾ। ਜਿਸ ਤਰ੍ਹਾਂ ਮੈਂ ਸਵਰਨ ਨੂੰ ਪਿਆਰ ਕਰਦਾ, ਉਸ ਤਰ੍ਹਾਂ ਕਿਉਂ ਨਾ ਕੋਈ ਹੋਰ ਕਿਸੇ ਆਪਣੀ ਪਿਆਰੀ ਨੂੰ ਕਰੇ। ਉਹ ਘਰ ਨੂੰ ਮੁੜ ਪਿਆ। 20 ਵਿੱਚ ਵੜਦਿਆਂ ਸਵਰਨ ਨੂੰ ਅੱਗੇ ਅੱਗੇ ਤੁਰੇ ਜਾਂਦਿਆਂ ਵੇਖਿਆ। ਬੂਟਾਂ ਦਾ ਖੜਾਕ ਸੁਣ ਕੇ ਮੁੜੀ ਤੇ ਦੇਖ ਕੇ ਪੱਲਾ ਕੁਛ ਨੀਵਾਂ ਕਰ ਲਿਆ। ਲਾਗੇ ਹੋ ਕੇ ਉਸ ਸਵਰਨ ਨੂੰ ਹੱਸਦਿਆਂ ਹੱਸਦਿਆਂ ਪੁੱਛਿਆ, ਅੱਜ ਕਿੱਥੋਂ? ਪਹਾੜੀ ਵਾਲੇ ਖਾਲ ਨਹੀਂ ਗਈ ਸਗੋਂ? ਨਹੀਂ, ਇੱਧਰ ਇਸ ਪਾਸੇ ਪਿੰਡ ਵਾਲੇ ਖਾਲ ਤੋਂ ਮੁੜ ਆਈ ਆਂ। ਕੱਲੀ ਨਾ ਜਾਇਆ ਕਰ ਸਵਰਨ, ਤੇ ਉੱਥੇ ਕਿਹੜੇ ਬਘਿਆੜ ਪੈਂਦੇ ਨੇ। ਅੱਛਾ, ਤੇਰੀ ਮਰਜ਼ੀ। ਘਰ ਵੜਦਿਆਂ ਉਦਣ ਵਾਲਾ ਜਵਾਨ ਨਜ਼ਰੀ ਪਿਆ, ਜੋ ਕਾਲੀ ਕਾਲੀ ਪੈਰ ਪੁੱਟਦਾ ਕੰਧ ਦੇ ਪੱਖੇ ਵਿੱਚੋਂ ਦੀ ਤੁਰਿਆ ਆਉਂਦਾ ਸੀ। ਸਵਰਨ ਅੰਦਰ ਚਲੀ ਗਈ। ਉਹਨੇ ਉਸ ਨੌਜਵਾਨ ਵੱਲ ਤੱਕ ਕੇ ਕਿਹਾ, ਕਿੱਥੋਂ ਆਈ ਸਰਕਾਰ? ਮੁਰੱਬਿਓਂ, ਛੋਟਾ ਜਿਹਾ ਉੱਤਰ ਮਿਲਿਆ। ਅੰਦਰਲੇ ਬੂਹੇ ਦੇ ਬਾਹਰ ਜੁੱਤੀ ਲਾ ਕੇ ਉਹ ਕੋਠੜੀ 'ਚ ਜਾ ਵੜਿਆ ਤੇ ਇੱਕ ਕੁਹਾੜੀ ਲੈ ਕੇ ਫਿਰ ਪਛਾਂ ਪਰਤ ਗਿਆ। ਮੁਰੱਬੇ? ਉਸ ਪੁੱਛਿਆ। ਸਿਰ ਨਾਲ ਹਾਂ ਕਰਕੇ ਉਹ ਹਾਤੇ ਦੇ ਬੂਹਿਓਂ ਬਾਹਰ ਹੋ ਗਿਆ। ਭਾਗ ਚੌਥਾ। ਦੁਪਹਿਰ ਵੇਲੇ ਉਹ ਅੰਦਰ ਵੱਡੇ ਪਲੰਘ ਤੇ ਇੱਕ ਪਤਲੀ ਪਸ਼ਮੀਨੇ ਦੀ ਚਾਦਰ ਲਈ ਸੁੱਤਾ ਹੋਇਆ ਸੀ। ਲਾਗਲੇ ਸਕੂਲ ਦੀ ਘੰਟੀ ਦੀ ਟਨ ਟਨ ਨੇ ਉਹਨੂੰ ਜਗਾ ਦਿੱਤਾ। ਚਾਦਰ ਮੂੰਹ ਤੋਂ ਬਿਨਾਂ ਲਾਏ ਉਹ ਉਸਲਵੱਟੇ ਭੰਨਣ ਲੱਗ ਪਿਆ। ਅੱਖਾਂ ਖੋਲ ਚਾਦਰ 'ਚ ਪਏ ਰਹਿਣ ਦਾ ਉਹਨੂੰ ਸਵਾਦ ਜਿਹਾ ਆਉਣ ਲੱਗ ਪਿਆ। ਸਾਹਮਣੀ ਬੁਖਾਰੀ ਤੇ ਬੂਹੇ ਵਿੱਚੋਂ ਸੂਰਜ ਦੀ ਨਿੱਘੀ ਧੁੱਪ ਪੈ ਰਹੀ ਸੀ ਤੇ ਇੱਕ ਪਰਛਾਵਾਂ ਉਸ ਧੁੱਪ ਵਿੱਚ ਕਿਸੇ ਖੜੀ ਸ਼ਕਲ ਦਾ ਪੈ ਰਿਹਾ ਸੀ। ਉਹ ਸੋਚਿਆ, ਸਵਰਨ ਕੇਸੀ ਨਹਾਤੀ ਸੀ, ਉਹ ਕੇਸ ਸੁਕਾਉਂਦੀ ਹੋਏਗੀ। ਇੰਨੇ ਨੂੰ ਇੱਕ ਹੋਰ ਪਰਛਾਵਾਂ ਜੋ ਕਿਸੇ ਮਰਦ ਦਾ ਜਾਪਦਾ ਸੀ ਸਾਹਮਣੀ ਕੰਧ ਤੇ ਪਿਆ। ਪਰਛਾਵੇਂ ਦੇ ਹੱਥ ਇਸ ਤਰ੍ਹਾਂ ਉੱਚੇ ਹੋ ਕੇ ਹਿੱਲੇ ਜਿਵੇਂ ਉਹਦਾ ਅਮਲ ਕਿਸੇ ਨੂੰ ਸੱਦਦਾ ਹੈ। ਪਹਿਲਾ ਪਰਛਾਵਾਂ ਦੂਸਰੇ ਪਰਛਾਵੇਂ ਦੇ ਕੋਲ ਹੋ ਗਿਆ। ਨਵੇਂ ਆਏ ਪਰਛਾਵੇਂ ਨੇ ਇਉਂ ਜਾਪਿਆ ਜਿਵੇਂ ਪਹਿਲੇ ਦੇ ਕੰਨ 'ਚ ਕੋਈ ਗੱਲ ਕਹੀ, ਪਰ ਪਹਿਲੀ ਸ਼ਕਲ ਦੇ ਖੁੱਲ੍ਹੇ ਕੇਸ ਵਿਚਕਾਰ ਹੋ ਜਾਣ ਕਰਕੇ ਉਹਦੇ ਬੁੱਲ੍ਹਾਂ ਦਾ ਹਿੱਲਣਾ ਵੀ ਨਾ ਦੇਖ ਸਕਿਆ। ਨਹੀਂ ਤਾਂ ਕੁਝ ਨਾ ਕੁਝ ਪਤਾ ਬੁੱਲ੍ਹਾਂ ਦੇ ਹਿੱਲਣ ਤੋਂ ਹੀ ਉਸ ਹੋਰੇ ਗੱਲ ਦਾ ਲਾਉਂਦਾ। ਫਿਰ ਝਟਪਟ ਉਹ ਗੱਲ ਮੁੱਕੀ ਤੇ ਉਸ ਨਵੇਂ ਪਰਛਾਵੇਂ ਨੇ ਪਹਿਲੇ ਪਰਛਾਵੇਂ ਦੇ ਹੱਥ 'ਚ ਕੋਈ ਚੀਜ਼ ਦਿੱਤੀ। ਉਸੇ ਵੇਲੇ ਇੱਕ ਪਤਲੀ ਜਿਹੀ ਚੰਚਲ ਆਵਾਜ਼ ਆਈ, ਭੈਣ, ਭਾ ਨੇ ਤੈਨੂੰ ਕੀ ਦਿੱਤਾ ਹੈ? ਇਹ ਆਵਾਜ਼ ਉਹਦੇ ਨਿੱਕੇ ਸਾਲੇ ਦੀ ਸੀ, ਜੋ ਹੁਣੇ ਸਕੂਲੋਂ ਅੱਧੀ ਛੁੱਟੀ ਦੇ ਵੇਲੇ ਕੁਝ ਖਾਣ ਪੀਣ ਆਇਆ ਸੀ। ਉਸ ਆਵਾਜ਼ ਦੇ ਜਵਾਬ 'ਚ ਸਵਰਨ ਨੇ ਹੌਲੀ ਜਿਹੀ ਕਿਹਾ, ਕੁਛ ਨਹੀਂ ਦੀਪ। ਦੋਵੇਂ ਪਰਛਾਵੇਂ ਸਾਹਮਣੇ ਬੁਖਾਰੀ ਤੋਂ ਹਟ ਗਏ ਤੇ ਨਿੱਕਾ ਜਿਹਾ ਪਰਛਾਵਾਂ ਪੱਟੀ ਹੱਥ 'ਚ ਫੜੀ ਸਾਹਮਣੇ ਪਿਆ। ਛੇਤੀ ਕੁਲਦੀਪ ਨੇ ਬੂਹੇ ਦੇ ਅੰਦਰ ਪੈਰ ਧਰਿਆ। ਉਹਨੇ ਵੀ ਉਹਨੂੰ ਆਉਂਦਿਆਂ ਦੇਖ ਕੇ ਮੂੰਹ ਤੋਂ ਕੱਪੜਾ ਲਾਹਿਆ ਤੇ ਆਖਣ ਲੱਗਾ, ਅੱਜ ਮੈਂ ਤੈਨੂੰ ਮੁੜ ਕੇ ਸਕੂਲ ਨਹੀਂ ਜਾਣ ਦੇਣਾ ਦੀਪ। ਬਾਊ ਜੀ ਗੁੱਸੇ ਹੋਣਗੇ ਜੀ, ਦੀਪ ਨੇ ਅੱਖਾਂ ਵਿੱਚ ਹੱਸਦਿਆਂ ਪਰ ਮੂੰਹ ਬੁਰਾ ਬਣਾਉਂਦਿਆਂ ਕਿਹਾ। ਮੈਂ ਸੰਭਾਲ ਲਾਂਗਾ ਆਪੇ ਸਭ ਕੁਝ, ਉਹ ਸਖਤ ਜਿਹੀ ਆਵਾਜ਼ 'ਚ ਉੱਚੀ ਕਿਹਾ। ਕੁਲਦੀਪ ਚੁੱਪ ਕਰ ਗਿਆ, ਪਰ ਕੁਝ ਚਿਰ ਪਿੱਛੋਂ ਬੋਲਿਆ, ਮੂੰਹ ਕਿਉਂ ਨਹੀਂ ਪੂੰਝਦੇ ਤੁਸੀਂ ਧੋ ਕੇ ਜੀਜਾ ਜੀ? ਉਹ ਹੈਰਾਨ ਹੋ ਗਿਆ। ਉਸ ਮੱਥੇ ਤੇ ਹੱਥ ਫੇਰਿਆ ਪਸੀਨੇ ਨਾਲ ਭਰਿਆ ਪਿਆ ਸੀ। ਸਿਆਲ 'ਚ ਪਸੀਨਾ, ਅਜੀਬ ਗੱਲ ਹੈ। ਉਹ ਸੋਚਿਆ। ਉਹਦਾ ਹੱਥ ਅਚਾਨਕ ਛਾਤੀ ਤੇ ਜਾ ਪਿਆ। ਦਿਲ ਧੱਕ ਧੱਕ ਕਰ ਰਿਹਾ ਸੀ। ਸਵਰਨ ਉਸ ਵੇਲੇ ਅੰਦਰ ਵੜੀ ਤੇ ਦੀਪ ਵੱਲ ਮੂੰਹ ਕਰਕੇ ਬੋਲੀ, ਆਵੇ ਦੀਪ, ਰੋਟੀ ਪਾ ਦਿਆਂ। ਖਬਰੇ ਕਿੱਥੇ ਚਲੀਆਂ ਜਾਂਦੀਆਂ ਨੇ ਸਾਰੀਆਂ। ਥਾਲੀ ਹੱਥ 'ਚ ਫੜ ਕੇ ਉਹ ਪੌਣੇ ਨਾਲ ਸਾਫ਼ ਕਰ ਰਹੀ ਸੀ ਜਦੋਂ ਉਹਦੀ ਨਜ਼ਰ ਉਹਨਾਂ ਵੱਲ ਪਈ। ਥਾਲੀ ਉੱਥੇ ਹੀ ਸੁੱਟ ਕੇ ਉਹਨਾਂ ਵੱਲ ਦੌੜੀ। ਕੀ ਗੱਲ ਏ ਜੀ? ਉਸ ਲਾਗੇ ਹੋ ਕੇ ਪੁੱਛਿਆ। ਕੁਛ ਨਹੀਂ, ਬੁਖਾਰ ਜਿਹਾ ਮਾਲੂਮ ਹੁੰਦਾ ਹੈ। ਛੇਤੀ ਨਾਲ ਉਸ ਉਹਨਾਂ ਦੀ ਬਾਂਹ ਦੇਖੀ ਤੇ ਕੁਝ ਚਿਰ ਮਗਰੋਂ ਬੋਲੀ, ਪਿੰਡਾ ਤੇ ਠੀਕ ਹੈ, ਪਰ ਮੈਨੂੰ ਢਿੱਡ ਪੀੜ ਹੁੰਦੀ ਏ ਸਵੇਰ ਦੀ। ਤੁਸੀਂ ਮੈਨੂੰ ਨਹੀਂ ਦੱਸਿਆ ਪਹਿਲਾਂ ਥੋੜ੍ਹੀ ਸੀ, ਹੁਣ ਬਹੁਤੀ ਹੋਣ ਲੱਗ ਪਈ ਹੈ। ਮੈਂ ਬੀਬੀ ਨੂੰ ਮੁਰੱਬਿਓਂ ਸਦਵਾਵਾਂ? ਨਹੀਂ, ਹੁਣ ਆਰਾਮ ਹੈ। ਲਿਆਓ ਮੈਂ ਮੱਥਾ ਪੂੰਝ ਦੇਵਾਂ। ਉਹਦੀਆਂ ਅੱਖਾਂ ਲਾਲ ਹੋ ਗਈਆਂ। ਉਹ ਬੋਲ ਉੱਠਿਆ, ਪਰੇ ਹੋ, ਮੈਂ ਆਪ ਪੂੰਝ ਸਕਦਾ। ਸਰਦਾਰ ਜੀ, ਉਹ ਨਾ ਕਰੋ। ਦੀਪ ਨੂੰ ਰੋਟੀ ਦੇ, ਉਸ ਕਿਹਾ। ਉਹ ਆਪੇ ਖਾ ਲਏਗਾ। ਜਾਂ ਰੋਟੀ ਪਾ ਕੇ
ਖਾ ਲੈ ਦੀਪ, ਬੜਾ ਬੀਬਾ ਹੈ, ਪਰ ਤੂੰ ਇੱਥੋਂ ਚਲੇ ਜਾ। ਕਿਉਂ? ਮੈਂ ਚਲਾ ਜਾਵਾਂਗਾ ਫੇਰ। ਉਫ, ਮੈਂ ਨਹੀਂ ਇਹ ਸਹਾਰ ਸਕਦੀ। ਇਹ ਗੱਲ ਕੀ ਹੈ ਵਿੱਚੋਂ? ਮੈਨੂੰ ਦੱਸੋ ਨਾ। ਸਵਰਨ ਨੇ ਅੱਖਾਂ 'ਚ ਅੱਥਰੂ ਭਰ ਕੇ ਕਿਹਾ। ਕੁਛ ਨਹੀਂ, ਉਹ ਗੁੱਸੇ ਭਰੇ ਰੋਬ 'ਚ ਕਿਹਾ। ਸਵਰਨ ਦੇ ਹੱਥ ਉਹਨਾਂ ਦੇ ਪੈਰਾਂ 'ਤੇ ਚਲੇ ਗਏ ਤੇ ਅੱਥਰੂ ਘੇਰਦੀ ਬੋਲੀ, ਕੀ ਮੈਂ ਤੁਹਾਡੇ ਦੁੱਖਾਂ ਦੀ ਭਾਈਵਾਲ ਨਹੀਂ? ਨਹੀਂ, ਕਹਿ ਕੇ ਉੱਠ ਬੈਠਾ ਤੇ ਦੋਹਾਂ ਹੱਥਾਂ ਨਾਲ ਦੋਵੇਂ ਪੈਰ ਛੁਡਾ ਕੇ ਪੱਗ ਬੰਨਣ ਲੱਗ ਪਿਆ। ਪੱਗ ਬੰਨ ਕੇ ਕੋਟ ਬੂਟ ਪਾਇਆ ਤੇ ਦੀਪ ਨੂੰ, ਜੋ ਇਹ ਸਭ ਕੁਝ ਦੇਖ ਰਿਹਾ ਸੀ, ਆਪਣੀ ਉਂਗਲੀ ਫੜਾਈ ਤੇ ਦੋਵੇਂ ਬਾਹਰ ਨੂੰ ਤੁਰ ਪਏ। ਸਵਰਨ ਨੇ ਕੋਟ ਦਾ ਪਿੱਛਾ ਆ ਫੜਿਆ। ਜ਼ਿੱਦ ਨਾ ਕਰੋ ਸਰਦਾਰ ਜੀ, ਠੰਡ ਲੱਗ ਜਾਏਗੀ, ਅਜੇ ਹੁਣੇ ਪਸੀਨਾ ਆਇਆ ਹੋਇਆ ਸੀ। ਤੈਨੂੰ ਕੀ? ਕਹਿ ਕੇ ਉਹ ਬਾਹਰ ਨਿਕਲ ਗਿਆ। ਹਾਥਿਓਂ ਬਾਹਰ ਨਿਕਲ ਕੇ ਉਸ ਦੀਪ ਨੂੰ ਕਿਹਾ, ਮੈਂ ਕੱਲ ਸਰਗੋਧੇ ਜਾਣਾ ਹੈ। ਦੀਪੇ, ਤੇਰੇ ਜੋਗਾ ਕੀ ਲਿਆਵਾਂ? ਨੱਚਣ ਵਾਲੀ ਮੇਮ, ਉਸ ਖੁਸ਼ ਹੋ ਕੇ ਕਿਹਾ ਤੇ ਫਿਰ ਆਪੇ ਹੀ ਬੋਲ ਉੱਠਿਆ, ਮੈਂ ਸਾਹਬ ਬਣਾਂਗਾ ਤੇ ਉਹਦੇ ਤੇ ਰੋਹਬ ਪਾਵਾਂਗਾ। ਅੱਛਾ, ਕਿਹੜਾ ਭਾਜੀ ਸੀ ਬਾਹਰ ਤੇਰੀ ਭੈਣ ਜੀ ਨਾਲ ਗੱਲਾਂ ਕਰਦਾ? ਵੱਡਾ ਭਾ, ਬਟਾਲੇ ਵਾਲਾ। ਤੇ ਉਸ ਕੀ ਫੜਾਇਆ ਸੀ ਤੇਰੀ ਭੈਣ ਨੂੰ? ਰੁਮਾਲ। ਅੱਛਾ, ਹੁਣ ਤੂੰ ਸਕੂਲੇ ਜਾ। ਤੁਸੀਂ ਤੇ ਕਹਿੰਦੇ ਸੀ ਮੈਂ ਨਹੀਂ ਜਾਣ ਦੇਣਾ। ਅੱਛਾ ਨਾ ਜਾ, ਪਰ ਘਰ ਜਾ ਕੇ ਖੇਡ। ਦੀਪ ਬੁਰਾ ਜਿਹਾ ਮੂੰਹ ਬਣਾ ਕੇ ਘਰ ਨੂੰ ਤੁਰ ਪਿਆ ਤੇ ਉਹ ਬਾਹਰ ਨੂੰ। ਰਾਹ 'ਚ ਉਹਦੀ ਸੱਸ ਤੇ ਦੋ ਸਾਲੀਆਂ ਉਹਦੇ ਕਾਕੇ ਨੂੰ ਲਈ ਆਉਂਦੀਆਂ ਮਿਲੀਆਂ। ਜੀਜਾ ਜੀ ਦੇਖੋ, ਕਾਕਾ ਸੁੱਤਾ ਪਿਆ, ਦੁੱਧ ਚੁੰਗੀ ਜਾਂਦਾ ਜੇ, ਨਿੱਕੀ ਸਾਲੀ ਨੇ ਆਖਿਆ। ਕੋਈ ਜਵਾਬ ਨਾ ਸੁਣ ਕੇ ਮੂੰਹ ਬਣਾ ਕੇ ਤੁਰ ਪਈ। ਸੱਸ ਬੋਲੀ, ਮੁਰੱਬੇ ਚੱਲਿਆ ਏ ਕਾਕਾ, ਤਾਂ ਸੁਰਜੀਤ ਨੂੰ ਘੱਲੀ, ਹੁਣੇ ਮੁਰੱਬੇ ਨੂੰ ਗਿਆ ਸੀ। ਉਹਨੂੰ ਕਹੀਂ ਤੇਰੀ ਮਾਮੀ ਕਹਿੰਦੀ ਸੀ ਟੇਸ਼ਨੋਂ ਸੋਡੇ ਦੀਆਂ ਬੋਤਲਾਂ ਲਿਆਉਣੀਆਂ ਨੇ, ਖਬਰੇ ਤੇਰਾ ਬਾਊ ਵੀ ਇਸੇ ਗੱਡੀ ਲਾਇਲਪੁਰੋਂ ਆਈ ਜਾਵੇ, ਨਾਲੇ ਘੋੜਾ ਲੈ ਜਾਊ ਉਹਨਾਂ ਵਾਸਤੇ। ਚੰਗਾ, ਉਸ ਬਿਨਾਂ ਸੋਚਿਆਂ ਆਖਿਆ ਤੇ ਛੇਤੀ ਛੇਤੀ ਪੈਰ ਪੁੱਟਣ ਲੱਗਾ। ਖਾਲ ਕੰਢਾ ਛੱਡ ਕੇ ਉਹ ਵੱਟੋ ਵੱਟ ਤੁਰ ਪਿਆ। ਆਪਣੇ ਖਿਆਲਾਂ 'ਚ ਮਸਤ ਉਹ ਤੁਰੀ ਗਿਆ। ਪਤਾ ਨਹੀਂ ਕਿਸ ਤਰ੍ਹਾਂ ਉਹ ਮੁਰੱਬੇ ਤੱਕ ਪਹੁੰਚਦਿਆਂ 3-4 ਮੋੜ ਮੁੜਿਆ। ਉਹਨੂੰ ਉਦੋਂ ਹੀ ਪਤਾ ਲੱਗਾ ਜਦੋਂ ਬੇਰੀ ਕੋਲ ਜਾ ਪੁੱਜਾ, ਜਿਹਦੇ ਹੇਠਾਂ ਮਾਲ ਢਾਂਡਾ ਵੱਜਾ ਹੋਇਆ ਸੀ। ਕਾਮੇ ਨੂੰ, ਜੋ ਪੱਠਿਆਂ 'ਚ ਤੂੜੀ ਰਲਾਉਂਦਾ ਸੀ, ਉਸ ਕਾਲੀ ਜੀ ਪੁੱਛਿਆ, ਸੁਰਜੀਤ ਆਇਆ ਸੀ, ਮੁਰੱਬੇ ਕਿੱਥੇ ਆ? ਉਹ ਕਮਾਦ ਓਲੇ ਹੋਣਾ, ਇੱਧਰ ਹੀ ਗਿਆ ਸੀ। ਮਖ ਉਹ ਕਮਾਦ ਵੱਲ ਨੂੰ ਤੁਰ ਪਿਆ। ਉੱਥੇ ਦੇਖਿਆ ਸੁਰਜੀਤ ਟਾਹਲੀ ਦੇ ਨਿੱਕੇ ਜਿਹੇ ਬੂਟੇ ਨਾਲ ਢੋਲ ਲਾਈ ਗਾ ਰਿਹਾ ਸੀ। ਮੁਝੇ ਜਿਸ ਦਮ ਖਿਆਲੇ ਨਰਗ ਸੇ ਮਸਤਾਨਾ ਆਤਾ ਹੈ, ਬੜੀ ਮੁਸ਼ਕਿਲ ਸੇ ਕਾਬੂ ਮੇਂ ਦਿਲ ਦੀਵਾਨਾ ਆਤਾ ਹੈ। ਹੱਥ ਵਿੱਚ ਉਸ ਇੱਕ ਰੁਮਾਲ ਫੜਿਆ ਹੋਇਆ ਸੀ। ਗਾਹ ਹਟਣ ਤੋਂ ਪਿੱਛੋਂ ਨੇ ਰੁਮਾਲ ਨੂੰ ਅੱਖਾਂ ਨਾਲ ਛੁਆਇਆ, ਬੁੱਲਾਂ ਨਾਲ ਪਿਆਰਿਆ ਤੇ ਦਿਲ ਨਾਲ ਲਾਇਆ। ਇਹ ਤਮਾਸ਼ਾ ਵੇਖ ਕੇ ਉਹਨੂੰ ਬੁਲਾਉਣਾ ਉਹਨੇ ਚੰਗਾ ਨਾ ਸਮਝਿਆ, ਪਰ ਉਹਦੇ ਮੁੜਨ ਵੇਲੇ ਉਹਦੇ ਪੈਰਾਂ ਵਿੱਚ ਆ ਕੇ ਸੁੱਕੀ ਖੋਰੀ ਤਿੜਕੀ। ਸੁਰਜੀਤ ਨੇ ਉਹਨੂੰ ਦੇਖ ਲਿਆ ਤੇ ਛੇਤੀ ਨਾਲ ਰੁਮਾਲ ਖੀਸੇ 'ਚ ਪਾ ਕੇ ਬੋਲਿਆ, ਕੀ ਗੱਲ ਜੇ ਮੁੜ ਚੱਲੇ? ਬੀਬੀ ਜੀ ਦਾ ਸੁਨੇਹਾ ਸੀ ਵੀ ਬੋਤਲਾਂ ਸਟੇਸ਼ਨ ਤੋਂ ਲਿਆਉਣੀਆਂ ਨੇ ਤੇ ਨਾਲੇ ਬਾਊ ਜੀ ਸ਼ਾਇਦ ਆ ਜਾਣ, ਘੋੜਾ ਵੀ ਲਿਜਾਣਾ ਹੈ। ਉਹ ਇਹ ਕੰਮ ਕਿਸੇ ਕਾਮੇ ਨੂੰ ਭੇਜ ਕੇ ਕਰਾ ਸਕਦੇ ਨੇ। ਸੁਰਜੀਤ ਜ਼ਰਾ ਤੜੰਗ ਹੋ ਕੇ ਬੋਲਿਆ, ਆਹ ਰੁਮਾਲ ਕਿਹਦਾ? ਉਸ ਖੀਸੇ 'ਚੋਂ ਰੁਮਾਲ ਖਿੱਚਦਿਆਂ ਪੁੱਛਿਆ। ਕਿਸੇ ਦਾ? ਕਿਸੇ ਦਾ ਕਿਸ ਦਾ? ਉਸ ਅੱਖਾਂ ਤਾੜ ਕੇ ਪੁੱਛਿਆ। ਮਤਲਬ? ਇਹ ਕਿਸੇ ਮੇਰੇ ਵਾਕਫ ਦਾ ਹੈ। ਉਹ ਗੁੱਸੇ ਦੇ ਅਸਰ ਹੇਠ ਆਇਆ। ਹੋ ਸਕਦਾ ਹੈ, ਕਹਿ ਕੇ ਸੁਰਜੀਤ ਧੌਣ ਕੜਾ ਕੇ ਮੁੜਿਆ ਤੇ ਉਹਦੇ ਹੱਥ ਵਿੱਚੋਂ ਫੁਰਤੀ ਨਾਲ ਰੁਮਾਲ ਖੋਹ ਕੇ ਚੱਕ ਵਾਲੀ ਡੰਡੀਆਂ ਪੈ ਗਿਆ। ਉਹ ਸੋਚਿਆ, ਕੀ ਗੋਰਖ ਧੰਦਾ ਹੈ ਜਿਸ ਦੇ ਪੇਚ ਹੀ ਨਹੀਂ ਖੁੱਲ੍ਹਣ ਚਾਹੁੰਦੇ। ਅੰਤੋਂ ਪਿੰਡ ਨੂੰ ਤੁਰ ਪਿਆ। ਰਾਹ 'ਚ ਇੱਕ ਵਾਗੀ ਗਾਉਂਦਾ ਜਾਂਦਾ ਸੀ, ਦੋ ਤਲਵਾਰਾਂ ਦੇ ਵਿੱਚ ਮੇਰੀ ਜਾਨ ਫਸ ਗਈ, ਦਿਸਦਾ ਕੋਈ ਸਬੱਬ ਬਚਾ ਦਾ ਨਾ। ਠੀਕ ਗਾਉਂਦਾ, ਉਸ ਦਿਲ 'ਚ ਆਖਿਆ। ਮੇਰੇ ਦਿਲ ਦੀ ਹਾਲਤ ਕਹਿ ਰਿਹਾ ਹੈ। ਸੋਚਾਂ ਦੇ ਵਹਿਣੀ ਪਿਆ ਉਹ ਖਾਲ ਤੇ ਪਿੰਡ ਨੂੰ ਮੁੜਿਆ। ਮੋੜ ਤੇ ਖਾਲ ਕੰਢੇ ਕੋਈ ਖੜੋਤਾ ਸੀ। ਉਸ ਨਾ ਸੰਜਾਤਾ। ਕਿਸੇ ਆਵਾਜ਼ ਮਾਰੀ, ਸਰਦਾਰ ਜੀ। ਉਸ ਨਾ ਸੁਣੀ। ਨਿਆਈ ਦੀਆਂ ਪੈਲੀਆਂ ਵਿੱਚ ਉਸ ਕੋਲੋਂ ਕੋਈ ਮਨੁੱਖ ਲੰਘਿਆ। ਉਸ ਮੁੜ ਕੇ ਵੇਖਿਆ, ਚੂੜੀਦਾਰ ਪਜਾਮੇ ਤੇ ਅਚਕਨ 'ਚ ਸੁਰਜੀਤ ਤੁਰਿਆ ਜਾਂਦਾ ਸੀ। ਉਹ ਛੇਤੀ ਉਹਨੂੰ ਦੇਖ ਕੇ ਇੱਕ ਟਾਹਲੀ ਦੇ ਰੁੱਖ ਓਲੇ ਹੋ ਗਿਆ। ਸੁਰਜੀਤ ਖਾਲ ਦੇ ਮੋੜ ਤੇ ਪਹੁੰਚਾ। ਉੱਥੇ ਉਹ ਸ਼ਕਲ ਖੜੀ ਸੀ ਜਿਹਨੇ ਉਹਨੂੰ ਆਵਾਜ਼ ਮਾਰੀ ਸੀ। ਸੁਰਜੀਤ ਉਸ ਕੋਲ ਜਾ ਖੜੋਤਾ। ਬੜਾ ਚਿਰ ਦੋਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਅੰਤ ਸਵਰਨ ਪਿੰਡ ਨੂੰ ਤੁਰੀ ਤੇ ਸੁਰਜੀਤ ਪੈਦਲ ਸਟੇਸ਼ਨ ਨੂੰ। ਉਹ ਖੱਬੀ ਵੱਖੀ ਤੇ ਹੱਥ ਰੱਖ ਕੇ ਉੱਥੇ ਹੀ ਬਹਿ ਗਿਆ। ਕੁਝ ਚਿਰ ਮਗਰੋਂ ਸਵਰਨ ਦੇ ਸਲੀਪਰਾਂ ਦੀ ਆਵਾਜ਼ ਨੇ ਉਹਨੂੰ ਹੋਸ਼ 'ਚ ਆਂਦਾ। ਉੱਠਿਆ ਤੇ ਸਵਰਨ ਨੂੰ ਘੂਰ ਕੇ ਬੋਲਿਆ, ਕੀ ਗੱਲਾਂ ਹੁੰਦੀਆਂ ਸੀ? ਕਿਹਦੇ ਨਾਲ? ਸਵਰਨ ਨੇ ਹੈਰਾਨੀ ਨਾਲ ਪੁੱਛਿਆ। ਉਸੇ ਸੁਰਜੀਤ ਨਾਲ। ਉਸ ਸਵਰਨ ਦੇ ਚਿਹਰੇ ਵੱਲ ਇੱਕ ਤੇਜ਼ ਨਜ਼ਰ ਸੁੱਟਦਿਆਂ ਕਿਹਾ। ਸਵਰਨ ਦਾ ਮੂੰਹ ਕੋਲ ਖੜੇ ਤੋਰੀਏ ਦੇ ਫੁੱਲਾਂ ਵਰਗਾ ਹੋ ਗਿਆ ਤੇ ਮੱਥੇ ਤੇ 2-4 ਬੂੰਦਾਂ ਪਸੀਨੇ ਦੀਆਂ ਆ ਗਈਆਂ। ਉਸ ਫੇਰ ਗੁੱਸੇ 'ਚ ਆਖਿਆ,
ਕਿੱਥੇ ਹੀ ਉਹ ਰੁਮਾਲ ਜਿਹੜਾ ਮੈਂ ਤੈਨੂੰ ਦਿੱਤਾ ਸੀ? ਉਹ ਮੈਂ ਆਪਣੀ ਸਹੇਲੀ ਸੰਤੋ ਨੂੰ ਦਿੱਤਾ ਹੋਇਆ। ਮੈਂ ਸਭ ਕੁਝ ਜਾਣਨਾ ਸਵਰਨ। ਕੋਈ ਹੋਰ ਹੁੰਦਾ ਤਾਂ ਖਬਰੇ ਕੀ ਕੁਝ ਕਰ ਬੈਠਦਾ। ਮੈਂ ਪੜ੍ਹਿਆ ਲਿਖਿਆ ਬੰਦਾ, ਮੈਨੂੰ ਤੂੰ ਚਾਰ ਨਹੀਂ ਸਕਦੀ। ਮੈਂ ਕੀ? ਫਿਰ ਉਹ ਠੰਡਾ ਹੋ ਕੇ ਬੋਲਿਆ, ਸਵਰਨ, ਸਵੇਰ ਦਾ ਭੁੱਲਾ ਜੇ ਸ਼ਾਮ ਨੂੰ ਘਰ ਆ ਜਾਏ ਤਾਂ ਉਹਨੂੰ ਭੁੱਲਾ ਨਹੀਂ ਕਹਿੰਦੇ। ਕਹਿੰਦੇ ਕੀ ਉਹ? ਸਵਰਨ ਨੇ ਗੁੱਸੇ ਨਾਲ ਆਪਣੇ ਮੂੰਹ ਦਾ ਰੰਗ ਲਾਲ ਵਟਾਉਂਦਿਆਂ ਪੁੱਛਿਆ। ਤੂੰ ਸੁਰਜੀਤ ਨਾਲ ਬੋਲਣਾ ਛੱਡ ਦੇ। ਇਹ ਗੱਲ ਹੈ? ਉਸ ਗੁੱਸੇ 'ਚ ਆਖਿਆ। ਸੁਰਜੀਤ ਮੇਰਾ ਭਰਾ ਹੈ, ਮੈਂ ਨਹੀਂ ਛੱਡ ਸਕਦੀ। ਅੱਛਾ। ਕੋਲੋਂ ਇੱਕ ਪੇਂਡੂ ਲੰਘਿਆ, ਦੋਵੇਂ ਚੁੱਪ ਹੋ ਕੇ ਤੁਰ ਪਏ। ਰਾਹ 'ਚ ਕੋਈ ਗੱਲ ਨਾ ਹੋਈ। ਹਾਤੇ 'ਚ ਵੜਦਿਆਂ ਸਵਰਨ ਪਿੱਛੇ ਹੋਣਾ ਚਾਹੁੰਦੀ ਸੀ ਕਿ ਉਹ ਬੋਲ ਉੱਠਿਆ, ਮੇਰੇ ਭਣੇਵੇਂ ਦਾ ਵਿਆਹ ਹੈ, ਅੱਜ ਬਾਊ ਜੀ ਆਉਣਗੇ, ਮੈਂ ਗੱਲ ਕਰਾਂਗਾ ਤੇ ਤੈਨੂੰ ਪਰਸੋਂ ਤੱਕ ਸਭ ਤਿਆਰੀ ਕਰ ਲੈਣੀ ਚਾਹੀਦੀ ਹੈ। ਮੈਂ ਨਹੀਂ ਜਾਵਾਂਗੀ, ਉਹਨੇ ਡਟ ਕੇ ਆਖਿਆ। ਭਾਗ 5। ਕੱਲ ਸ਼ਾਮ ਦਾ ਉਹਦਾ ਸਹੁਰਾ ਆਇਆ ਹੋਇਆ ਸੀ। ਉਸ ਰਾਤੀ ਉਹਨਾਂ ਨਾਲ ਗੱਲ ਕੀਤੀ ਕਿ ਉਹ ਸਵਰਨ ਨੂੰ ਨਾਲ ਲੈ ਕੇ ਸ਼ਹਿਰ ਚਲਾ ਜਾਏਗਾ, ਕਿਉਂਕਿ ਉਹਦੇ ਭਣੇਵੇਂ ਦਾ ਵਿਆਹ ਲਾਗੇ ਹੈ। ਸਹੁਰੇ ਨੇ ਆਗਿਆ ਦੇ ਦਿੱਤੀ। ਸਵਰਨ ਹੁਣ ਸਹੇਲੀਆਂ ਨਾਲ ਖਾਲ ਵੱਲ ਨੂੰ ਗਈ ਸੀ। ਨਾਲ ਉਹਦੀ ਛੋਟੀ ਭੈਣ ਸੀ। ਅੱਜ ਸਨਿਚਰਵਾਰ ਹੋਣ ਕਰਕੇ ਕੁਲਦੀਪ ਮੁੜ ਕੇ ਸਕੂਲ ਨਹੀਂ ਸੀ ਗਿਆ। ਉਸ ਜੀਜੇ ਦੀਆਂ ਲੱਤਾਂ ਨੂੰ ਜੱਫੀ ਪਾ ਕੇ ਆਖਿਆ, ਮੇਰੀ ਮੇਮ ਕਿੱਥੇ ਜੇ? ਉਸ ਪੋਲਾ ਜਿਹਾ ਹਾਸਾ ਹੱਸਦਿਆਂ ਆਖਿਆ, ਵੱਡਾ ਤੇ ਹੋ ਲੈ, ਤੈਨੂੰ ਨਚਾਉਣ ਵਾਲੀ ਅਸਲੀ ਮੇਮ ਲੈ ਦਾਂਗੇ। ਮੈਂ ਨੱਚਣ ਵਾਲੀ ਲੈਣੀ ਜੇ ਜੀਜਾ ਜੀ। ਚੰਗਾ, ਉਹ ਲੈ ਦਾਂਗੇ। ਫਿਰ ਹੁਣ ਮੈਨੂੰ ਕਲਮਾਂ ਲਈ ਕਾਨੇ ਲਿਆ ਦਿਓ ਖਾਂ। ਉਸ ਬੜੇ ਲਾਡ ਨਾਲ ਆਖਿਆ। ਹਟ ਪਰੇ, ਚਲੋ ਲਿਆ ਦਿਆਂ। ਉਸ ਆਪਣੇ ਸੂਟਕੇਸ ਨੂੰ ਖੋਲ੍ਹ ਇੱਕ ਚਾਕੂ ਕੱਢਿਆ ਤੇ ਬਾਹਰ ਨੂੰ ਤੁਰ ਪਿਆ। ਨਿਆਈ ਦੀਆਂ ਪੈਲੀਆਂ 'ਚੋਂ ਲੰਘਦਿਆਂ ਉਹਨੂੰ ਖਾਲ ਦੇ ਪਰਲੇ ਪਾਸੇ ਇੱਕ ਬਲੰਬਰੀ ਰੰਗ ਦਾ ਸਾਫਾ ਦਿਸਿਆ। ਉਰਲੇ ਪਾਸੇ ਸਵਰਨ ਤੇ ਉਹਦੀ ਭੈਣ ਖੜੀ ਸੀ। ਉੱਥੇ ਹੀ ਬੈਠ ਗਿਆ ਤੇ ਬਟੇਰੇ ਵਾਂਗੂ ਤੁਰਕਦਾ ਇੱਕ ਪਾਸੇ ਹੋ ਕੇ ਸਰੋਂ ਦੇ ਵਿੱਚ ਦੀ ਖਾਲ ਤੱਕ ਪੁੱਜਾ। ਉੱਥੋਂ ਸਵਰਨ 30 ਕੁ ਕਦਮਾਂ ਤੇ ਖੜੋਤੀ ਸੀ। ਉਹ ਇੱਕਦਮ ਖਾਲ ਟੱਪਿਆ, ਪਰ ਦੂਸਰੇ ਪਾਸੇ ਕੋਈ ਨਹੀਂ ਸੀ। ਉੱਥੇ ਕੁ ਪੁੱਜਾ ਜਿੱਥੇ ਉਹ ਉਸ ਸਾਫਾ ਦੇਖਿਆ ਸੀ। ਉੱਥੇ ਨੱਸੀ ਜਾਂਦੀ ਜੁੱਤੀ ਦੇ ਨਿਸ਼ਾਨ ਸਨ। ਉਸ ਅੱਗੇ ਵੱਲ ਦੇਖਿਆ, ਸਾਹਮਣੇ ਰਜਵਾਹੇ ਤੋਂ ਉਸੇ ਪੱਗ ਵਾਲਾ ਮਨੁੱਖ ਟੱਪ ਰਿਹਾ। ਉਸ ਵੀ ਉਸੇ ਮਗਰ ਸ਼ੂਟ ਲਾਈ ਤੇ ਭੱਜੇ ਜਾਂਦੇ ਆਪਣੇ ਚਾਕੂ ਦੇ ਲੰਮੇ ਫਾਲ ਨੂੰ ਖੋਲ੍ਹਿਆ। ਰਜਵਾਹੇ ਤੇ ਇੱਕ ਮਨੁੱਖ ਕੱਪੜੇ ਧੋਂਦਾ ਸੀ। ਉਸ ਚਾਕੂ ਲੁਕਾ ਕੇ ਪੁੱਛਿਆ, ਇੱਧਰ ਕੋਈ ਮਨੁੱਖ ਟੱਪ ਕੇ ਗਿਆ? ਉਸ ਸਾਹਮਣੇ ਕਮਾਦ ਵੱਲ ਉਂਗਲ ਕੀਤੀ। ਉਹ ਫੇਰ ਨੱਸਾ। ਜੁੱਤੀ ਦੇ ਨਿਸ਼ਾਨਾਂ ਤੋਂ ਖੁਰਾ ਕੱਢਦਾ ਉਹ ਇੱਕ ਜਾਂਗਲੀ ਦੀ ਝੁੱਗੀ ਲਾਗੇ ਪੁੱਜਾ। ਉਸ ਜਾਂਗਲੀ ਨੂੰ ਪੁੱਛਿਆ, ਇੱਧਰ ਕੌਣ ਗਿਆ? ਜਾਂਗਲੀ ਨੇ ਅਵੱਲੀ ਜੀ ਬੋਲੀ 'ਚ ਦੱਸਿਆ ਕਿ ਉੱਧਰ ਸੁਰਜੀਤ ਸਰਦਾਰਾਂ ਦਾ ਭਣੇਵਾਂ ਭੱਜਾ ਗਿਆ। ਦੇਖੀ ਜਾਏਗੀ, ਉਸ ਦਿਲ 'ਚ ਸੋਚਿਆ ਤੇ ਗਾਂ ਨੂੰ ਭੱਜਾ, ਪਰ ਅਗਲੀ ਡੰਡੀ ਤੋਂ ਖੁਰਾ ਗੁਆਚ ਗਿਆ। ਕਚੀਚੀਆਂ ਵੱਟਦਾ ਉਹ ਪਿਛਾਂਹ ਮੁੜਿਆ। ਉੱਥੇ ਪਹੁੰਚਾ ਜਿੱਥੇ ਸਵਰਨ ਤੇ ਮਿੰਦੋ ਨੂੰ ਡਿੱਠਾ ਸੀ। ਸਵਰਨ ਆਪਣੇ ਪਤੀ ਦੀ ਸ਼ਕਲ ਵੇਖ ਕੇ ਚੀਕ ਮਾਰ ਕੇ ਬੈਠ ਗਈ। ਔਰਤ। ਇੱਕ ਬਿਜਲੀ ਵਰਗਾ ਖਿਆਲ ਉਹਦੇ ਦਿਮਾਗ 'ਚੋਂ ਹੱਥਾਂ ਨੂੰ ਦੌੜਿਆ ਤੇ ਉਹਦੇ ਹੱਥ ਆਪਣੀ ਕਾਰੋਂ ਰੁਕ ਗਏ। ਦੂਜੇ ਛਿਣ ਉਸ ਮਿੰਦੋ ਨੂੰ ਖੱਬੀ ਬਾਂਹ ਤੋਂ ਫੜ ਲਿਆ ਤੇ ਉਹਨੂੰ ਪਿੰਡ ਵੱਲ ਖਿੱਚਿਆ। ਵਿਚਾਰੀ ਮਿੰਦੋ ਡਰੀ ਹੋਈ ਨਾਲ ਤੁਰ ਪਈ। ਘਰ ਵੜਦਿਆਂ ਉਸ ਸਹੁਰੇ ਨੂੰ ਕੁਰਸੀ ਅੱਗੇ ਮੇਜ਼ ਰੱਖ ਕੇ ਕੁਝ ਪੜ੍ਹਦਿਆਂ ਡਿੱਠਾ। ਸਾਹਮਣੀ ਕੁਰਸੀ ਤੇ ਕੜੱਪ ਕਰਕੇ ਬੈਠ ਗਿਆ ਤੇ ਚਾਕੂ ਵਾਲਾ ਹੱਥ ਇਸ ਜ਼ੋਰ ਨਾਲ ਮੇਜ਼ ਤੇ ਮਾਰਿਆ ਕਿ ਚਾਕੂ ਦਾ ਫਲਟਾ ਉੱਪਰਲੇ ਖੋਖੇ ਦੇ ਢੱਕਣ ਵਿੱਚੋਂ ਦਸਾਰ ਪਾਰ ਹੋ ਗਿਆ। ਸਹੁਰੇ ਨੇ ਨਜ਼ਰ ਉੱਤੇ ਚੁੱਕੀ, ਸਾਹਮਣੇ ਮੇਜ਼ ਤੇ ਡਿੱਠਾ ਤੇ ਉਹਦੇ ਚਿਹਰੇ ਵੱਲ ਵੀ ਡਿੱਠਾ। ਫਿਰ ਛੇਤੀ ਨਾਲ ਚਾਕੂ ਨੂੰ ਮੇਜ਼ 'ਚੋਂ ਖਿੱਚਦਿਆਂ ਆਵਾਜ਼ ਦਿੱਤੀ, ਸਵਰਨ ਦੀ ਬੀਬੀ, ਕਾਕੇ ਨੂੰ ਗਲਾਸ ਪਾਣੀ ਦਾ ਦੇਵੀਂ। ਮੈਂ ਗੁੱਸੇ 'ਚ ਨਹੀਂ ਬਾਊ ਜੀ। ਹੋਰ ਕੀ ਗੱਲ ਹੈ ਫਿਰ? ਮਿੰਦੋ ਕੋਲੋਂ ਪੁੱਛੋ। ਆਖ ਕੇ ਬਾਹਰ ਚਲਾ ਗਿਆ। ਇੰਨੇ ਨੂੰ ਸਵਰਨ ਅੰਦਰ ਵੜੀ। ਬਾਊ ਨੇ ਅੰਦਰ ਆਵਾਜ਼ ਮਾਰੀ ਤੇ ਬਹੁਤ ਚਿਰ ਗੱਲਾਂ ਹੁੰਦੀਆਂ ਰਹੀਆਂ, ਜਿਨ੍ਹਾਂ ਦਾ ਉਹਨੂੰ ਕੋਈ ਪਤਾ ਨਹੀਂ ਸੀ, ਕਿਉਂਕਿ ਉਹ ਬਾਹਰ ਵਾਲੀ ਬੈਠਕ 'ਚ ਜਾ ਕੇ ਸੌਂ ਗਿਆ ਸੀ। ਸ਼ਾਮਾਂ ਪਈ ਉਹਨੂੰ ਕਿਸੇ ਨੇ ਜਗਾਇਆ ਤੇ ਉਹ ਅੰਦਰ ਪਹੁੰਚਿਆ। ਸੁਰਜੀਤ ਨੀਵੀਂ ਧੌਣ ਪਾਈ ਉਹਦੇ ਸਹੁਰੇ ਕੋਲ ਖੜਾ ਸੀ। ਉਹਨੂੰ ਦੇਖ ਕੇ ਉਸ ਮੂੰਹ ਤਾਂ ਚੁੱਕਿਆ ਤੇ ਬੋਲਿਆ, ਕੀ ਤੁਸੀਂ ਮੇਰੀਆਂ 2 ਗੱਲਾਂ ਬੈਠਕ 'ਚ ਇਕੱਲੇ ਸੁਣ ਸਕਦੇ ਹੋ? ਨਹੀਂ। ਹਾਂ, ਸੁਣ ਸਕਦਾ। ਤਾਂ ਫਿਰ ਮੇਰੇ ਨਾਲ ਆਓ, ਸੁਰਜੀਤ ਨੇ ਅੱਗੇ ਹੋ ਕੇ ਤੁਰਦਿਆਂ ਆਖਿਆ। ਦੋਵੇਂ ਬੈਠਕ ਵੱਲ ਨੂੰ ਤੁਰੇ। ਸੁਰਜੀਤ ਅੰਦਰ ਲੰਘ ਕੇ ਖਲੋ ਗਿਆ ਤੇ ਦੋਹਾਂ ਬਾਹਾਂ ਤੋਂ ਫੜ ਕੇ ਉਸ ਉਹਨੂੰ ਆਰਾਮ ਕੁਰਸੀ ਤੇ ਬਿਠਾਇਆ। ਤੁਸੀਂ ਮੇਰਾ ਭੇਦ ਕਿਉਂ ਖੋਲ੍ਹਣਾ ਚਾਹੁੰਦੇ ਹੋ? ਸੁਰਜੀਤ ਨੇ ਪੁੱਛਿਆ। ਕਿਉਂਕਿ ਉਸ ਭੇਦ ਨਾਲ ਸਵਰਨ ਦਾ ਤਾਲੁਕ ਹੈ, ਇਸ ਕਰਕੇ, ਉਹਨੇ ਕਿਹਾ। ਮੈਂ ਉਹਨੂੰ ਪਿਆਰ ਕਰਦਾ ਹਾਂ, ਸੁਰਜੀਤ ਨੇ ਡੂੰਘੇ ਜਜ਼ਬੇ ਨਾਲ ਕਿਹਾ। ਕਿਸ ਨੂੰ? ਉਹਨੇ ਤੂਫਾਨ ਵਾਂਗ ਉੱਠ ਕੇ ਖਲੋਂਦਿਆਂ ਪੁੱਛਿਆ। ਸੰਤੋ ਨੂੰ, ਭੈਣ ਸਵਰਨ ਦੀ ਸਹੇਲੀ ਨੂੰ। ਧੰਨਵਾਦ।